ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਠੇ ਗੁਰੂ ਪੁਨ ਗਮਨੇ ਡੇਰੇ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜੂਰ ਪਲੰਗੇ ਤੋਂ ਉੱਠੇ ਤੇ ਸੱਚੇ ਪਾਤਸ਼ਾਹ ਜੀ ਆਪਣੇ ਸ਼ਿਵਰ ਵੱਲ ਨੂੰ ਡੇਰੇ ਵੱਲ ਨੂੰ ਮਹਾਰਾਜ ਚੱਲ ਪਏ। ਸੰਗ ਸਿੱਖ ਪਰ ਮੁੱਦਤ ਕਨੇਰੇ। ਨਾਲ ਸਤਿਗੁਰੂ ਜੀ ਦੇ ਸਿੱਖ ਹਨ, ਬਹੁਤ ਆਨੰਦਿਤ ਵੈ, ਬੜੇ ਖੁਸ਼ ਨੇ ਸਿੱਖ, ਕਿਉਂਕਿ ਮਹਾਰਾਜ ਜੀ ਦੀ ਫਤਿਹ ਹੋਈ ਹੈ। ਰਣ ਕੀ ਬਾਤ ਅਨੇਕ ਕਰੰਤੇ। ਬਹੁਤ ਜ਼ਿਆਦੀਆਂ ਜੰਗ ਦੀਆਂ ਗੱਲਾਂ ਸੱਚੇ ਪਾਤਸ਼ਾਹ ਜੀ ਨਾਲ ਕਰਦੇ ਹੋਏ ਜਾਂਦੇ ਆ ਸਿੱਖ। ਕਹਿਤ ਸੁਣਾਵੈ ਗੁਰ ਭਗਵੰਤੇ। ਭਗਵਾਨ ਸਰੂਪ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿ ਕੇ ਸੁਣਾਉਂਦੇ ਆ। ਵੱਡੀ ਮਾਰ ਤੁਰਕਨ ਕੋ ਹੋਈ। ਮਹਾਰਾਜ ਬਹੁਤ ਵੱਡੀ ਮਾਰ ਹੋਈ ਤੁਰਕਾਂ ਦੇ ਅੰਦਰ। ਤੁਰਕਾਂ ਦੀ ਸੈਨਾ ਬਹੁਤ ਜ਼ਿਆਦੀ ਮਹਾਰਾਜ ਨਾਸ਼ ਹੋ ਗਈ, ਬਹੁਤ ਮਾਰ ਪਈ ਹੈ ਤੁਰਕ ਸੈਨਾ ਨੂੰ। ਵਿਦਤ ਹੈ ਜਗਤ ਲਖੈ ਸਭ ਕੋਈ। ਮਹਾਰਾਜ ਪ੍ਰਗਟ ਹੀ ਹੁਣ ਤਾਂ ਸਾਰਾ ਜਗਤ ਹੀ ਜਾਣ ਗਿਆ ਹੈ। ਸਾਰੇ ਜਗਤ ਦੇ ਲੋਕ ਹੁਣ ਮਹਾਰਾਜ ਆਪ ਦੇ ਪ੍ਰਤਾਪ ਨੂੰ ਜਾਣਗੇ। ਸ਼ਾਹ ਜਹਾਂ ਭੀ ਜਾਣੈ ਕੇ। ਮਹਾਰਾਜ ਹੁਣ ਤਾਂ ਚੰਗੀ ਤਰ੍ਹਾਂ ਸ਼ਾਹਜਹਾਂ ਵੀ ਸਮਝ ਲੇਗਾ, ਜਾਣ ਲੇਗਾ ਕਿ ਗੁਰੂ ਕਿਆਂ ਦੇ ਉੱਤੇ ਚੜ੍ਹਾਈ ਕਰੀਏ ਤੇ ਕੀ ਭਾਵ ਵਿਕਦੀ ਹੈ। ਹੁਣ ਤਾਂ ਸ਼ਾਹਜਹਾਂ ਨੂੰ ਵੀ ਮਹਾਰਾਜ ਪਤਾ ਲੱਗ ਗਿਆ ਹੋਵੇਗਾ। ਲੱਗੇ ਹਾਥ ਗੁਰ ਸਿੱਖਨ ਹੀ ਕੇ। ਗੁਰੂ ਮਹਾਰਾਜ ਤੁਹਾਡੇ ਸਿੱਖਾਂ ਦੇ ਹੱਥ ਜੋ ਲੱਗੇ ਹੁਣ ਸੈਨਾ ਨੂੰ। ਆਪ ਜੀ ਨੇ ਜੋ ਆਪਣੇ ਤੀਰਾਂ ਦਾ ਜਿਹੜਾ ਹੈ ਉਹ ਮਜ਼ਾ ਚਖਾਇਆ ਹੈ, ਪਤਾ ਲੱਗ ਜਾਵੇਗਾ ਹੁਣ ਸ਼ਾਹਜਹਾਂ ਨੂੰ ਵੀ ਕਿ ਮਹਾਰਾਜ ਦੇ ਉੱਤੇ ਚੜ੍ਹਾਈ ਕਰਨ ਦਾ ਕੀ ਫਲ ਮਿਲਦਾ ਹੈ। ਆਨ ਆਪਨੇ ਸਿਵਰ ਬਿਰਾਜੇ। ਸੱਚੇ ਪਾਤਸ਼ਾਹ ਜੀ ਆ ਕਰਕੇ ਆਪਣੇ ਸਿਵਰ ਡੇਰੇ ਅੰਦਰ ਹਜੂਰ ਬਿਰਾਜ ਗਏ ਆ। ਜਿਨ ਕੇ ਨਾਮ ਜਪੇ ਜਮ ਭਾਜੇ। ਸਤਿਗੁਰਾਂ ਜੀ ਦਾ ਨਾਮ ਜਪਣ ਨਾਲ ਜਮ ਭੱਜ ਜਾਂਦੇ ਆ। ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਪ੍ਰਤਾਪ ਹੈ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਪ੍ਰੇਮ ਨਾਲ ਚੇਤੇ ਕਰਦਾ ਹੈ। ਸਤਿਗੁਰੂ ਜੀ ਦੇ ਨਾਮ ਦਾ ਏਡਾ ਵੱਡਾ ਪ੍ਰਤਾਪ ਹੈ ਕਿ ਜਮ ਛੱਡ ਜਾਂਦੇ ਹਨ। ਦੇਸ਼ ਦੁਆਬੇ ਮਾਝੇ ਸਾਰੇ। ਸਾਰੇ ਦੁਆਬੇ ਦੇਸ਼ ਦੇ ਅੰਦਰ ਤੇ ਮਾਝੇ ਦੇਸ਼ ਦੇ ਅੰਦਰ ਸਤਿਗੁਰ ਕੋ ਜਸ ਕਰਤਬ ਉਚਾਰੇ। ਮਹਾਰਾਜ ਜੀ ਦਾ ਬਹੁਤ ਸ੍ਰੇਸ਼ਟ ਜਸ ਜਿਹੜਾ ਹੈ ਉਹ ਸਾਰੇ ਲੋਕ ਉਚਾਰਨ ਕਰਦੇ ਆ, ਕਹਿੰਦੇ ਆ। ਜਹ ਕਹਿ ਫੈਲਿਓ ਜੁਧ ਬ੍ਰਿਤਾਂਤ। ਜਿੱਥੇ ਕਿਥੇ ਯੁੱਧ ਦੀਆਂ ਗੱਲਾਂ ਫੈਲ ਗਈਆਂ, ਯੁੱਧ ਦੀਆਂ ਗੱਲਾਂ ਸਾਰੇ ਲੋਕ ਕਰਦੇ ਆ। ਭਇਓ ਮਹਿਦ ਤੁਰਕਨ ਕੋ ਘਾਤ। ਲੋਕ ਗੱਲਾਂ ਕਰਦੇ ਆ ਕਿ ਬਹੁਤ ਵੱਡਾ ਤੁਰਕਾਂ ਦਾ ਨੁਕਸਾਨ ਹੋਇਆ ਹੈ, ਤੁਰਕਾਂ ਦਾ ਨਾਸ਼ ਹੋਇਆ ਏ। ਆਯੁਧ ਧਰਵੇ ਗੁਰ ਸਫਲਾਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ਼ਸਤਰ ਧਾਰੇ ਹੋਏ ਹਜੂਰ ਨੇ ਸਫਲ ਕਰ ਦਿੱਤੇ ਐ। ਕਿਉਂਕਿ ਸ਼ਸਤਰ ਧਾਰੇ ਹੋਣ ਨਾ ਤੇ ਫਿਰ ਸਾਧ ਸੰਗਤ ਜੀ ਉਹ ਦਿਖਾਉਣ ਨੂੰ ਨਹੀਂ ਹੁੰਦੇ। ਕੇਵਲ ਸੱਚੇ ਪਾਤਸ਼ਾਹ ਨੇ ਕਿਹਾ ਸੀ ਨਾ ਬਿਧੀ ਚੰਦ ਜੀ ਨੂੰ ਕਿ ਬਿਧੀ ਚੰਦ ਇਹ ਸ਼ਸਤਰਾਂ ਦੀ ਕਮਾਈ ਹੋਈ ਵਿਦਿਆ ਸਾਡੇ ਕੰਮ ਆਈ ਹੈ। ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਬਤ ਗੱਲਾਂ ਕਰਦੇ ਐ ਦੁਆਬੇ ਦੇ ਲੋਕ, ਮਾਝੇ ਦੇ ਦੇਸ਼ ਦੇ ਲੋਕ, ਕਿ ਸਤਿਗੁਰੂ ਜੀ ਨੇ ਵੱਡੇ ਜਿਹੜੇ ਸ਼ਸਤਰ ਮੀਰੀ ਪੀਰੀ ਦੇ ਤੇਗੇ ਹਜੂਰ ਨੇ ਗਾਤਰੇ ਪਾਏ ਐ। ਮਹਾਰਾਜ ਤੀਰਾਂ ਦਾ ਪੱਥਾ ਪਹਿਨ ਦੇ ਭਰਿਆ ਹੋਇਆ ਸਤਿਗੁਰੂ ਜੀ ਦਾ ਏਡਾ ਸਖਤ ਤਨਖੋ ਹੈ। ਇਹ ਸਰੀਰ ਤੇ ਧਾਰੇ ਹੋਏ ਸ਼ਸਤਰ ਹਜੂਰ ਨੇ ਸਫਲੇ ਕਰ ਦਿੱਤੇ ਐ। ਅਨਗਨ ਦੋਖੀ ਦੁਸ਼ਟ ਖਪਾਏ। ਗਿਣਤ ਹੀ ਮਹਾਰਾਜ ਨੇ ਜਿਹੜੇ ਦੋਖੀ ਸੀ ਨਾ ਗੁਰੂ ਘਰ ਦੇ, ਦੁਸ਼ਟ ਜ਼ਾਲਮ ਸਨ, ਮਹਾਰਾਜ ਜੀ ਨੇ ਖਪਾ ਦਿੱਤੇ ਮੈਦਾਨੇ ਜੰਗ ਅੰਦਰ। ਪ੍ਰਥਮ ਹੋਤੀ ਗੁਰ ਘਰ ਮਹਿ ਪੀਰੀ। ਇਹ ਗੱਲਾਂ ਕਰਦੇ ਆ, ਕਹਿੰਦੇ ਆ ਪਹਿਲਾਂ ਤਾਂ ਗੁਰੂ ਘਰ ਦੇ ਅੰਦਰ ਪੀਰੀ ਸੀ, ਭਾਵ ਫਕੀਰੀ ਸੀਗੀ। ਲਖੀ ਪਰਤ ਲੈ ਹੈ ਅਬ ਮੀਰੀ। ਹੁਣ ਜਾਣਿਆ ਜਾਂਦਾ ਹੈ ਕਿ ਜਿਵੇਂ ਸੱਚੇ ਪਾਤਸ਼ਾਹ ਹੁਣ ਮੀਰੀ ਵੀ ਲੈ ਲੈਣਗੇ, ਬਾਦਸ਼ਾਹਤ ਵੀ ਲੈ ਲੈਣਗੇ। ਇਉਂ ਲੱਗਦਾ ਸੱਚੇ ਪਾਤਸ਼ਾਹ ਜਿਵੇਂ ਹਿੰਦੁਸਤਾਨ ਦਾ ਤਖਤ ਸ਼ਾਹਜਹਾਂ ਕੋਲੋਂ ਹੁਣ ਲੈ ਲੈਣਗੇ। ਸ਼ਰਧਾਵਾਨ ਜਿਹੜੇ ਆ ਆਪਸ ਵਿੱਚ ਮਿਲ ਗੱਲਾਂ ਕਰਦੇ ਆ, ਕਿਉਂਕਿ ਪਹਿਲੇ ਜੰਗ ਵਿੱਚ ਐਡੀ ਵੱਡੀ ਕਰਾਰੀ ਹਾਰ ਹੋਈ ਸੀ, ਸ਼ਾਹਜਹਾਂ ਦੀ ਮੁਗਲਸ ਖਾਨ ਮਾਰਿਆ ਗਿਆ ਸੀ। ਹੁਣ ਦੂਜੀ ਜੰਗ ਹੋਈ ਹੈ ਤੇ 14,000 ਸੈਨਾ ਖਪਾ ਦਿੱਤੀ, ਬਹੁਤ ਜ਼ਿਆਦਾ ਵੱਡੀ ਹਾਰ ਹੋਈ ਹੈ। ਇਉਂ ਸੋਚਦੇ ਆ ਪੰਜਾਬ ਦੇਸ਼ ਦੇ ਵਾਸੀ
ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਘਰ ਵਿੱਚ ਪਹਿਲਾਂ ਕੇਵਲ ਪੀਰੀ ਸੀ, ਕੇਵਲ ਫਕੀਰੀ ਸੀ, ਜੋਗ ਸੀਗਾ, ਹੁਣ ਤਾਂ ਮਹਾਰਾਜ ਰਾਜੇ ਜੋਗੀ ਹੈ। ਭਾਵੇਂ ਕਿ ਗੁਰੂ ਨਾਨਕ ਸਾਹਿਬ ਜੀ ਵੀ ਗਰੀਬ ਨਵਾਜ ਰਾਜੇ ਜੋਗੀ ਹੋਏ ਆ ਸੱਚੇ ਪਾਤਸ਼ਾਹ, ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਹੁਣ ਇਉਂ ਲੱਗਦਾ ਹੈ ਜਿਵੇਂ ਇਸ ਰਾਜ ਦੇ ਤਖਤ ਨੂੰ ਵੀ ਲੈ ਲੈਣਗੇ। ਪਤਸ਼ਾਹਤ ਕੋ ਗਰਦ ਮਿਲਾਵੇ। ਇਹ ਜਿਹੜੀ ਜ਼ਾਲਮ ਬਾਦਸ਼ਾਹ ਆਪਣੀ ਪਾਤਸ਼ਾਹਤ ਦਾ ਹੰਕਾਰ ਕਰਦਾ ਨਾ, ਇਹਨੂੰ ਮਹਾਰਾਜ ਮਿੱਟੀ 'ਚ ਮਿਲਾ ਦੇਣਗੇ। ਨਿਜ ਸਿੱਖਨ ਤੇ ਰਾਜ ਕਰਾਵੇ। ਆਪਣੇ ਸਿੱਖਾਂ ਤੋਂ ਮਹਾਰਾਜ ਜੀ ਰਾਜ ਕਰਵਾਉਣਗੇ। ਇਮ ਜੇ ਕਰ ਨਿਤ ਰਖਹਿ ਲੜਾਈ। ਜੇ ਇਸੇ ਤਰ੍ਹਾਂ ਹੀ ਬਾਦਸ਼ਾਹ ਸ਼ਾਹਜਹਾਨ ਨੇ ਗੁਰੂ ਸਾਹਿਬ ਜੀ ਨਾਲ ਲੜਾਈ ਪਾਈ ਰੱਖੀ ਤਾਂ ਸਭ ਤੁਰਕਾਨੋ ਦੇਹ ਖਪਾਈ। ਮਹਾਰਾਜ ਸਾਰਾ ਹੀ ਤੁਰਕਾਨਾ ਖਪਾ ਦੇਣਗੇ, ਫਿਰ ਨਾਸ਼ ਕਰ ਦੇਣਗੇ ਤੁਰਕਾਂ ਦਾ ਬੀਜ। ਸੱਜਣ ਸੁਨ ਸੁਨ ਅਰਧ ਧਰਨ ਤੇ। ਜਿਹੜੇ ਗੁਰੂ ਘਰ ਦੇ ਪ੍ਰੇਮੀ ਹੈ ਨਾ, ਉਹ ਸੁਣ ਸੁਣ ਕੇ ਬੜੇ ਖੁਸ਼ ਹੁੰਦੇ ਆ, ਬੜਾ ਉਹਨਾਂ ਨੂੰ ਆਨੰਦ ਆਉਂਦਾ ਮਹਾਰਾਜ ਜੀ ਦੀ ਵਡਿਆਈ ਸੁਣ ਸੁਣ ਕੇ। ਦੁਰਜਨ ਜਰਹਿ ਨਾ ਹਿਰਦੇ ਜਰਨ ਤੇ। ਜਿਹੜੇ ਦੁਰਜਨ ਨੇ, ਖੋਟੇ ਲੋਕ, ਉਹ ਨਹੀਂ ਜਰਦੇ ਮਹਾਰਾਜ ਜੀ ਦੀ ਵਡਿਆਈ ਸੁਣ ਕੇ, ਬੜਾ ਉਹਨਾਂ ਦਾ ਹਿਰਦਾ ਜਲਦਾ ਹੈ, ਸੜਦਾ ਹੈ। ਜਿਹੜੇ ਜ਼ਾਲਮ ਨੇ, ਜਿਹੜੇ ਦੁਰਜਨ ਨੇ, ਖੋਟੇ ਪੁਰਖ ਨੇ, ਉਹਨਾਂ ਨੂੰ ਸਤਿਗੁਰੂ ਦਾ ਜਸ ਚੰਗਾ ਨਹੀਂ ਲੱਗਦਾ। ਜਦੋਂ ਸੁਣਦੇ ਆ ਤੇ ਬੜੀ ਉਹਨਾਂ ਨੂੰ ਅੱਗ ਲੱਗਦੀ ਹੈ, ਹਿਰਦਾ ਸੜਦਾ ਏ। ਪੂਰਬ ਦਛਨ ਪੱਛਮ ਉੱਤਰ। ਸਤਿਗੁਰੂ ਜੀ ਦਾ ਪਵਿੱਤਰ ਜਸ ਕੀ ਪੂਰਬ ਦਿਸ਼ਾ, ਕੀ ਉੱਤਰ, ਕੀ ਦੱਖਣ, ਕੀ ਪੱਛਮ। ਫੈਲਿਓ ਜਹ ਕਹਿ ਸੋ ਜਸ ਪਵਿੱਤਰ। ਪਵਿੱਤਰ ਮਹਾਰਾਜ ਜੀ ਦਾ ਜਸ ਚੌਹਾਂ ਹੀ ਦਿਸ਼ਾਵਾਂ ਦੇ ਅੰਦਰ ਫੈਲ ਗਿਆ। ਧੰਨ ਧੰਨ ਸ੍ਰੀ ਸਤਿਗੁਰ ਪੂਰਨ। ਧੰਨ ਹਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਪੂਰਨ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ। ਇਉਂ ਸਿੱਖ ਬੜੀ ਸ਼ਰਧਾ ਨਾਲ ਮਹਾਰਾਜ ਜੀ ਨੂੰ ਧੰਨ ਧੰਨ ਕਹਿੰਦੇ ਹੋਏ ਸਤਿਗੁਰੂ ਜੀ ਨੂੰ ਨਮਸਕਾਰਾਂ ਕਰਦੇ ਆ। ਜੋਦਾ ਮਹਿਦ ਬਲੀ ਅਰ ਚੂਰਨ। ਸੱਚੇ ਪਾਤਸ਼ਾਹ ਵੱਡੇ ਯੋਧੇ ਐ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ, ਵੱਡ ਯੋਧਾ ਬਹੁ ਪਰਉਪਕਾਰੀ। ਸੱਚੇ ਪਾਤਸ਼ਾਹ ਜੀ ਵੱਡੇ ਸੂਰਬੀਰ ਯੋਧੇ ਐ, ਦੁਸ਼ਮਣਾਂ ਨੂੰ ਮਸਲ ਦੇਣ ਵਾਸਤੇ, ਨਾਸ਼ ਕਰ ਦੇਣ ਵਾਸਤੇ। ਇਹ ਸੱਚੇ ਪਾਤਸ਼ਾਹ ਦਾ ਏਡਾ ਪ੍ਰਤਾਪ ਛਾ ਗਿਆ। ਕਿਥੇ ਮਹਾਰਾਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਮਨ ਸਹਿਮ ਗਏ ਸੀਗੇ ਕਿ ਕੀ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਸਹਿਮ ਨੂੰ ਦੂਰ ਕੀਤਾ। ਮਹਾਰਾਜ ਜੀ ਨੇ ਡਰਿਆ ਹੋਇਆ ਮਨਾਂ ਦੇ ਅੰਦਰ ਵੀਰਤਾ ਭਰ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਜਸ ਸੁਣ ਸੁਣ ਕੇ ਸਿੱਖ ਕਹਿੰਦੇ, ਧੰਨ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਆਪ ਨੇ ਆਪਣੇ ਸਿੱਖਾਂ ਦੀ ਪ੍ਰਤਪਾਲਣਾ ਕੀਤੀ ਹੈ। ਦੋਹਰਾ ਸੁਨੋ ਸਿੰਘ ਸਿੱਖ ਗਨ ਸਕਲ। ਸਤਿਗੁਰ ਕਥਾ ਰਸਾਲ। ਕਵੀ ਭਾਈ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਆਰੰਭ ਕਰਦੇ ਹੋਏ ਕਹਿੰਦੇ ਐ, ਇਹ ਸਿੰਘੋ ਤੇ ਸਿੱਖ ਜਨੋ, ਸੁਣੋ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਰਸਾਲ, ਜਿਹੜਾ ਰਸਾਂ ਦਾ ਆਲ ਘਰ ਹੈ। ਸੱਚੇ ਪਾਤਸ਼ਾਹ ਜੀ ਦਾ ਜਸ ਜਿਹੜਾ ਨਾ, ਜਦੋਂ ਸਿੱਖ ਸੁਣਦੇ ਐ, ਉਹਨਾਂ ਸਿੱਖਾਂ ਨੂੰ ਰਸ ਪ੍ਰਾਪਤ ਹੁੰਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ ਮਹਾਰਾਜ ਜੀ ਦੀ ਵਡਿਆਈ ਸੁਣ ਕਰਕੇ। ਸੁਣੋ ਸਿੰਘੋ, ਮਹਾਰਾਜ ਜੀ ਦੀ ਪਵਿੱਤਰ ਇਹ ਕਥਾ ਜੋ ਹੈ। ਭਇਓ ਯੁੱਧ ਇਸ ਭਾਂਤ ਇਹ, ਵਰਨਿਓ ਸੋ ਜਸ ਕਿਰਪਾਲ। ਕਿਰਪਾਲੂ ਸਤਿਗੁਰੂ ਜੀ ਦਾ ਇਹ ਜਸ ਵਰਣਨ ਕੀਤਾ ਹੈ। ਜਿਸ ਤਰ੍ਹਾਂ ਇਹ ਯੁੱਧ ਹੋਇਆ ਨਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅੰਦਰ, ਇਹ ਯੁੱਧ ਦੀ ਗਾਥਾ ਕਵੀ ਰਾਜ ਜੀ ਕਹਿੰਦੇ ਅਸੀਂ ਭਾਈ ਤੁਹਾਨੂੰ ਵਰਣਨ ਕਰਕੇ ਸੁਣਾਈ ਹੈ। ਚੌਪਈ ਬੈਠਿਓ ਸ੍ਰੀ ਹਰਗੋਬਿੰਦ ਜੋਧਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਬਲੀ ਬਹਾਦਰ ਸਤਿਗੁਰੂ ਜੀ, ਸੂਰਬੀਰ ਯੋਧੇ ਸਤਿਗੁਰੂ ਜੀ, ਹਜੂਰ ਵੀਰ ਆਸਣ ਲਾ ਕੇ ਸੱਚੇ ਪਾਤਸ਼ਾਹ ਤਖਤ ਤੇ ਬੈਠਦੇ ਆ। ਮਨੋ ਰੂਪ ਇਹ ਧਰਿਓ ਪ੍ਰਬੋਧਾ। ਕਬੀਰ ਜੀ ਕਹਿੰਦੇ ਉਹ ਲੱਗਦਾ ਹੈ ਹਜੂਰ ਦਾ ਮਸਤਕ ਨੂਰ ਨਾਲ ਜਦੋਂ ਦਗਦਾ ਹੈ ਤੇ ਸਿੱਖ ਦਰਸ਼ਨ ਕਰਦੇ ਆ, ਤੇ ਇਉਂ ਸਿੱਖਾਂ ਨੂੰ ਪ੍ਰਤੀਤ ਹੁੰਦਾ ਜਿਵੇਂ ਗਿਆਨ ਨੇ ਆਪਣਾ ਸਰੂਪ ਧਾਰਨ ਕੀਤਾ ਹੋਵੇ। ਮਹਾਰਾਜ ਜੀ ਦਾ ਦਰਸ਼ਨ ਮਾਤਰ ਸਹੀ ਬਲਦਿਆਂ ਹਿਰਦਿਆਂ ਨੂੰ ਠੰਡ ਪੈ ਜਾਂਦੀ ਹੈ। ਹਜੂਰ ਤਖਤ ਤੇ ਬੈਠਦੇ ਐ,
ਮਹਾਰਾਜ ਜੀ ਦਾ ਦਰਸ਼ਨ ਕਰਕੇ ਸਿੱਖ ਨਿਹਾਲ ਹੁੰਦੇ ਆ। ਹੁਕਮ ਮਸੰਦਨ ਸੰਗ ਬਖਾਨਾ, ਮਹਾਰਾਜ ਜੀ ਨੇ ਮਸੰਦਾ ਦੇ ਤਾਈਂ ਹੁਕਮ ਕੀਤਾ। ਕਰੋ ਕੋਟ ਚੌਗਿਰਦ ਮਹਾਨਾ, ਮਹਾਰਾਜ ਕਹਿੰਦੇ ਨਗਰ ਦੇ ਦੁਆਲੇ ਨਾ ਵੱਡੀ ਜਿਹੜੀ ਕੰਧ ਵੈ ਉਹ ਸਤਿਗੁਰੂ ਜੀ ਕਹਿੰਦੇ ਕਰਨਾ ਕਰੋ। ਬਸਹਿ ਨਗਰ ਸੁੰਦਰ ਜਿਸ ਬੀਚ, ਜਿਸ ਕੰਧ ਦੇ ਅੰਦਰ ਬਹੁਤ ਸੁੰਦਰ ਜਿਹੜਾ ਹੈ ਨਗਰ ਉਹ ਵਸੇ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਨਗਰ ਦੀ ਸਾਧ ਸੰਗਤ ਜੀ ਜਿਹੜੀ ਹੈ ਦੀਵਾਰ ਇਹ ਕਰਾ ਕੇ ਨਗਰ ਹਜੂਰ ਵਸਾਉਣਾ ਚਾਹੁੰਦੇ ਆ। ਪਰ ਹੈ ਮਹਿਲ ਗਨ ਊਚ ਰੁਨੀਚ, ਉੱਚੇ ਨੀਵੇਂ ਮਹਿਲ ਮਾੜੀਆਂ ਇੱਥੇ ਮਕਾਨ ਜਿਹੜੇ ਆ ਉਹ ਪੈ ਜਾਣਗੇ। ਰੱਖੋ ਪੰਜ ਪੌਰ ਪੁਰ ਕੇਰੇ, ਮਹਾਰਾਜ ਕਹਿੰਦੇ 5 ਦਰਵਾਜ਼ੇ ਜਿਹੜੇ ਆ ਨਾ ਮੁਖੀ ਸਿੱਖਾਂ ਨੂੰ ਮਹਾਰਾਜ ਕਹਿੰਦੇ ਉਹ ਇਸ ਨਗਰ ਦੇ ਜਿਹੜੇ ਆ 5 ਮੁੱਖ ਦਰਵਾਜ਼ੇ ਰੱਖਣਾ ਕਰੋ। ਕਾਰੀਗਰਨ ਲਗਾਏ ਕਨੇਰੇ, ਬਹੁਤੇ ਕਾਰੀਗਰਾਂ ਨੂੰ ਮਹਾਰਾਜ ਕਹਿੰਦੇ ਲਾ ਕੇ ਇਹ ਕਾਰ ਕਰਵਾਵੋ। ਕਰੋ ਸ਼ੀਘਰਤਾ ਲਿਹੋ ਬਣਾਏ, ਬੜੀ ਸ਼ੀਘਰਤਾ ਬੜੀ ਛੇਤੀ ਕਰਕੇ ਇਹ ਸਾਰਾ ਕਾਰਜ ਜਿਹੜਾ ਕਰਵਾਉਣਾ ਕਰੋ। ਦੇਹ ਧਨ ਮਿਹਨਤ ਬ੍ਰਿੰਦ ਲਗਾਏ, ਫਿਰ ਪੜੋ ਪੰਥ। ਦੇਹ ਧਨ ਮਿਹਨਤ ਬ੍ਰਿੰਦ ਲਗਾਏ, ਬਹੁਤੇ ਮਿਹਨਤੀ ਜਿਹੜੇ ਮਜ਼ਦੂਰ ਲਾ ਕਰਕੇ ਉਹ ਕੰਮ ਪੂਰਾ ਕਰਵਾਓ। ਬਹੁਤਾ ਧਨ ਦੇ ਕਰਕੇ ਇਹ ਕਾਰਜ ਕਰਾਉਣਾ ਕਰੋ। ਸੁਨਤ ਮਸੰਦਨ ਕੀਨਸ ਤੈਸੇ, ਸੁਣ ਕਰਕੇ ਮਸੰਦਾ ਨੇ ਮਹਾਰਾਜ ਜੀ ਦੀ ਆਗਿਆ ਮੁਤਾਬਕ ਕਾਰਜ ਕਰਨਾ ਕੀਤਾ। ਸ੍ਰੀ ਮੁਖ ਤੇ ਫਰਮਾਇਓ ਜੈਸੇ, ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ਼੍ਰੀ ਮੁਖ ਤੋਂ ਫਰਮਾਇਆ ਹੈ ਹੁਕਮ ਕੀਤਾ ਹੈ। ਦਿਓ ਦਰਬ ਸਭ ਕੋ ਮਨ ਭਾਏ, ਜਿੰਨਾ ਮੰਗਦੇ ਸੀ ਮਜ਼ਦੂਰ ਮਿਸਤਰੀ ਸਭ ਨੂੰ ਮਨ ਭਾਉਂਦਾ ਜਿਹੜਾ ਸੀ ਨਾ ਉਹ ਧਨ ਦੇਣਾ ਕੀਤਾ। ਬ੍ਰਿੰਦ ਪਚਾਵੇ ਕਹਿ ਚੜਵਾਏ, ਬਹੁਤ ਜ਼ਿਆਦੇ ਜਿਹੜੇ ਪਚਾਵੇ ਭਾਵ ਪੱਠੇ ਹੁੰਦੇ ਆ ਆਵੇ ਹੁੰਦੇ ਆ ਜਿਨ੍ਹਾਂ ਵਿੱਚ ਇੱਟਾਂ ਪਕਾਈਆਂ ਜਾਂਦੀਆਂ ਉਹ ਤੇ ਸਮੇਂ ਲਗਾਉਣਾ ਕੀਤੇ ਸਿੱਖਾਂ ਨੇ। ਬਾਕੀ ਇੰਟਨ ਤਿਆਰੀ ਕਰੈ, ਬਹੁਤ ਜ਼ਿਆਦੀਆਂ ਇੱਟਾਂ ਜਦੋਂ ਪੱਕ ਗਈਆਂ ਫਿਰ ਤਿਆਰੀ ਕਰਨ ਲੱਗੇ ਸਾਰੇ ਮਜ਼ਦੂਰ ਤੇ ਮਿਸਤਰੀ ਮਿਲ ਕਰਕੇ। ਆਏ ਮਿਹਨਤੀ ਜਿਹੇ ਸੁਨ ਪਰੈ, ਤੇ ਜਦੋਂ ਸੁਣਦੇ ਆ ਮਜ਼ਦੂਰ ਮਿਹਨਤੀ ਲੋਕ ਕਿ ਮਹਾਰਾਜ ਦੇ ਘਰ ਵਿੱਚ ਭਾਈ ਕੰਮ ਮਿਲ ਰਿਹਾ ਨੌਕਰੀ ਮਿਲ ਰਹੀ ਹੈ ਸੁਣ ਕੇ ਉਹ ਵੀ ਆਉਂਦੇ ਆ ਕੰਮ ਕਰਨ ਵਾਲੇ। ਕਾਰੀਗਰ ਸਮੂਹ ਮੰਗਵਾਏ, ਬਹੁਤ ਜ਼ਿਆਦੇ ਕਾਰੀਗਰ ਜਿਹੜੇ ਸੀ ਉਹ ਵੀ ਸੱਚੇ ਪਾਤਸ਼ਾਹ ਨੇ ਕਹਿ ਕੇ ਮੰਗਵਾਏ ਆ। ਦੇ ਦਰਬ ਸੋ ਸਰਬ ਲਗਾਏ, ਦੇ ਕਰਕੇ ਤੁਹਾਨੂੰ ਉਹਨਾਂ ਨੂੰ ਸਾਰਿਆਂ ਨੂੰ ਉਸ ਕਾਰਜ ਤੇ ਲਾਉਣਾ ਕੀਤਾ। ਜਿਨ ਵੇ ਲੱਗੇ ਸ਼ੀਘਰਤਾ ਧਾਰੀ, ਬੜੀ ਸ਼ੀਘਰਤਾ ਨਾਲ ਬੜੀ ਕਾਹਲੀ ਨਾਲ ਜਿਹੜੀ ਸੀ ਦੀਵਾਰ ਦੀ ਚਣਾਈ ਮਿਸਤਰੀ ਕਰਨ ਲੱਗ ਪਏ। ਬਾਕੀ ਈਟ ਕਰੀ ਬਹੁਤ ਤਿਆਰੀ, ਬਹੁਤ ਇੱਟਾਂ ਪੱਕ ਗਈਆਂ ਵੱਡੇ ਆਵੇ ਲਾਏ ਸੀਗੇ ਤੇ ਸਾਰੀ ਤਿਆਰੀ ਸਿੱਖਾਂ ਨੇ ਕਰਵਾਈ ਹੈ। ਹਰਖਤ ਹੋਏ ਕਾਰ ਕੋ ਕਰਹੀ, ਬਹੁਤ ਖੁਸ਼ ਹੋ ਕਰਕੇ ਸਾਰੇ ਸਿੱਖ ਜਿਹੜੇ ਆ ਉਹ ਕਾਰ ਕਰਵਾਉਂਦੇ ਆ। ਮਿਹਨਤ ਕਰਨ ਵਾਲੇ ਮਜ਼ਦੂਰ ਵੀ ਕਿਉਂਕਿ ਜਦੋਂ ਮਜ਼ਦੂਰੀ ਫਿਰ ਪੂਰੀ ਮਿਲਦੀ ਆ ਬੜੇ ਖੁਸ਼ ਹੋ ਕੇ ਸਭ ਕੰਮ ਕਰਦੇ ਆ। ਧਨ ਗਨ ਲੀਨ ਭਾਓ ਪੁਨ ਧਰਹੀ, ਤੇ ਧਨ ਵੀ ਬਹੁਤਾ ਗੁਰੂ ਘਰੋਂ ਪ੍ਰਾਪਤ ਹੁੰਦਾ ਹੈ। ਫਿਰ ਮਹਾਰਾਜ ਦੇ ਉੱਪਰ ਭਾਵ ਸ਼ਰਧਾ ਧਾਰਦੇ ਆ ਕਿ ਗੁਰੂ ਘਰ ਦਾ ਕੰਮ ਹੈ ਭਾਈ ਬਹੁਤ ਪਿਆਰ ਨਾਲ ਸਾਰੇ ਕਰ ਰਹੇ ਆ। ਅੰਦਰ ਮੰਦਰ ਲੱਗੇ ਉਸਾਰਨ, ਅੰਦਰ ਸੋਹਣੇ ਮੰਦਰ ਜਦੋਂ ਸੀ ਦੀਵਾਰ ਸਾਰੀ ਸੰਪੂਰਨ ਹੋਈ ਦਰਵਾਜ਼ੇ ਬਣ ਗਏ ਫਿਰ ਅੰਦਰ ਜਿਹੜੇ ਸੀ ਸੋਹਣੇ ਮਹਿਲ ਸੋਹਣੇ ਮਕਾਨ ਜਿਹੜੇ ਸੀ ਉਹ ਮਿਸਤਰੀ ਬਣਾਉਣ ਲੱਗੇ। ਗਨੀ ਗਰੀਬ ਬਾਸਵੇ ਕਾਰਨ, ਬਹੁਤ ਅਮੀਰ ਤੇ ਗਰੀਬ ਜਿਹੜੇ ਇੱਕੋ ਥਾਂ ਤੇ ਵਸਣ ਵਾਲੇ ਸਭ ਤਰ੍ਹਾਂ ਦੇ ਜਿਹੜੇ ਸੀ ਮਕਾਨ ਉੱਥੇ ਤੇ ਸਮੇਂ ਬਣਵਾਉਣ ਲੱਗੇ ਹਨ। ਅਮੀਰ ਆਪਣੇ ਢੰਗ ਨਾਲ ਬਣਵਾਉਂਦੇ ਆ ਗਰੀਬ ਆਪਣੇ ਢੰਗ ਨਾਲ ਦੱਸ ਕੇ ਬਣਵਾਉਂਦੇ ਆ। ਬਹੁ ਰੌਣਕ ਤਬ ਹੋਵਤ ਭਈ, ਬਹੁਤ ਜ਼ਿਆਦਾ ਰੌਣਕ ਹੋਈ ਉਸ ਨਗਰ ਦੇ ਅੰਦਰ। ਮਿਲੇ ਲੋਕ ਲੱਖ ਨਗਰੀ ਨਈ, ਬਹੁਤ ਨਵਾਂ ਨਗਰ ਵਸਿਆ ਵੇਖ ਕਰਕੇ ਨਾ ਉਤਸ਼ਾਹ ਨਾਲ ਬੜੇ ਲੋਕ ਉੱਥੇ ਇਕੱਠੇ ਹੋ ਕਰਕੇ ਆਏ ਵਸਣ ਵਾਸਤੇ। ਤਬ ਸਤਿਗੁਰ ਨੇ ਹਿਰਦੇ ਵਿਚਾਰਾ, ਜਦੋਂ ਸਤਿਗੁਰੂ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ। ਘਰ ਘੇਰੜ ਕੋ ਜਹਾਂ ਨਿਹਾਰਾ, ਮਹਾਰਾਜ ਜੀ ਨੇ ਘੇਰੜ ਦਾ ਘਰ ਜਿੱਥੇ ਸੱਚੇ ਪਾਤਸ਼ਾਹ ਨੇ ਵੇਖਿਆ। ਚਹਤ ਉਖਾਰਿਓ ਰਿਪ ਕੋ ਮੂਲ, ਮਹਾਰਾਜ ਇਸ ਦੁਸ਼ਮਣ ਦੀ ਨਾ ਮਹਾਰਾਜ ਜਾੜੀ ਪੁੱਟ ਦੇਣੀ ਚਾਹੁੰਦੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਨੇ ਵਿਚਾਰਿਆ ਕਿ ਇਸ ਦੋਠੀ ਦੀ ਜਿਹੜੀ ਆ ਨਾ ਭਗਵਾਨ ਦਾਸ ਘੇਰੜ ਦੀ
ਜੜ ਪੁੱਟ ਦੇਣੀ ਚਾਹੀਦੀ ਹੈ। ਗਰਬਤ ਜੋ ਹੋਏ ਸ ਪ੍ਰਤਿਕੂਲ, ਜਿਹੜਾ ਹੰਕਾਰ ਕਰਦਾ ਹੋਇਆ ਇੰਨਾ ਉਲਟ ਹੋਇਆ, ਗੁਰੂ ਨਾਨਕ ਸਾਹਿਬ ਦੀ ਨਿੰਦਾ ਕੀਤੀ, ਨਾਸਤਕ ਏਡਾ ਮੂਰਖ। ਮਹਾਰਾਜ ਕਹਿੰਦੇ ਇਹਦੀ ਜੜ ਹੀ ਪੁੱਟ ਦੇਣੀ ਚਾਹੀਦੀ ਹੈ। ਨੀਵ ਨਾ ਉਖਰਹਿ ਜੇ ਇਸ ਕੇਰੀ, ਜੇ ਇਹਦੀ ਨੀਂਹ ਨਾ ਪੁੱਟੀ, ਇਹਦੀ ਜੜ ਨਾ ਇਥੋਂ ਪੁੱਟਣਾ ਕੀਤੀ, ਤਉ ਮਾਲਕੀ ਕਰ ਹੈ ਫੇਰੀ। ਤੇ ਫਿਰ ਆ ਕੇ ਇਹ ਆਪਣੀ ਮਾਲਕੀ ਜਿਤਾਵੇਗਾ। ਅੱਗੋਂ ਇਹਦਾ ਕੋਈ ਪਰਿਵਾਰ ਦਾ ਜੀ, ਫਿਰ ਉਹ ਕਹਿਣਗੇ ਕਿ ਸਾਡੀ ਇੱਥੇ ਮਾਲਕੀ ਹੈ, ਸਾਡੀ ਇਹ ਜ਼ਮੀਨ ਹੈ। ਔਰ ਮਹਿ ਅਵਨੀ ਆਪਣੀ ਜਾਨ, ਨਗਰ ਦੇ ਵਿੱਚ ਆਪਣੀ ਧਰਤੀ ਜਾਣ ਕਰਕੇ ਘੇਰੜ ਕੇਰ ਸੰਬੰਧੀ ਆਨ। ਘੇਰੜ ਦੇ ਰਿਸ਼ਤੇਦਾਰ ਹੀ ਆ ਕਰਕੇ ਵਸਣ ਦਾ ਯਤਨ ਕਰਨਗੇ। ਤੁਰਕਨ ਕੀ ਸਹਾਇਕੋ ਪਾਏ, ਤੁਰਕਾਂ ਦੀ ਸਹਾਇਤਾ ਪਾ ਕਰਕੇ ਫਿਰ ਆ ਕੇ ਕਬਜ਼ਾ ਕਰਨ ਦਾ ਯਤਨ ਕਰਨਗੇ। ਬਹੁਰ ਲਹਿੰਗੇ ਸੇ ਅਪਨਾਏ, ਤੇ ਬਹੁਰੋਂ ਫਿਰ ਇਸ ਧਰਤੀ ਨੂੰ ਆਪਣੀ ਬਣਾਉਣ ਦਾ ਯਤਨ ਕਰ ਲੈਣਗੇ। ਇਮ ਲਖ ਕਰ ਗੁਰ ਹੁਕਮ ਬਖਾਨਾ, ਇਉਂ ਲੱਖ ਕੇ ਨਾ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਸਮੇਂ ਹੁਕਮ ਕੀਤਾ। ਘਰ ਘੇਰੜ ਕੋ ਹੈ ਜਿਸ ਥਾਨਾ, ਮਹਾਰਾਜ ਕਹਿੰਦੇ ਸਿੱਖੋ, ਘੇਰੜ ਦਾ ਘਰ ਵਾ ਨਾ ਜਿਸ ਥਾਂ ਦੇ ਉੱਪਰ, ਦੂਰ ਕਰੋ ਤਿਸ ਕੀ ਬੁਨਿਆਦ। ਉਹਦੀ ਬੁਨਿਆਦ ਜਿਹੜੀ ਹੈ ਨਾ, ਨੀਂਹ, ਉਹ ਵੀ ਪੁੱਟ ਦਿਓ, ਦੂਰ ਕਰ ਦਿਓ। ਮਹਾਰਾਜ ਕਹਿੰਦੇ ਦਾ ਘਰ ਜਿਹੜਾ ਨਾ ਇਥੋਂ ਹਟਾ ਦੇਣਾ ਕਰੋ। ਨੀਵ ਉਖੇਰੋ ਹੋਏ ਨਾ ਬਾਦ, ਇਹਦੀਆਂ ਨੀਹਾਂ ਹੀ ਪੁੱਟ ਸਿੱਟੋ, ਕਿਸੇ ਪ੍ਰਕਾਰ ਕੋਈ ਬਾਦ ਝਗੜਾ ਹੀ ਨਾ ਹੋਵੇ। ਕਰਬੇ ਉਚਿਤ ਹੁਤੀ ਧਰਮਸ਼ਾਲਾ, ਮਹਾਰਾਜ ਜੀ ਮੁਖੀ ਸਿੱਖਾਂ ਨੂੰ ਕਹਿੰਦੇ ਆ ਕਿ ਯੋਗ ਤਾਂ ਸੀਗੀ ਕਿ ਇੱਥੇ ਧਰਮਸ਼ਾਲਾ ਬਣਾ ਦਿੰਦੇ ਜਿੱਥੇ ਘੇਰੜ ਦਾ ਘਰ ਵੈ। ਯੋਗ ਤਾਂ ਸੀਗਾ ਕਿ ਮਹਾਰਾਜ ਕਹਿੰਦੇ ਲੋੜਵੰਦਾਂ ਵਾਸਤੇ ਰਾਤ ਰਹਿਣ ਨੂੰ ਕੋਈ ਯੋਗ ਧਰਮਸ਼ਾਲਾ ਇਮਾਰਤ ਮਹਾਰਾਜ ਕਹਿੰਦੇ ਬਣਾ ਦਿੰਦੇ। ਤੁਰਕਨ ਕੋ ਬਲ ਹੋਏ ਜਿਸ ਕਾਲਾ, ਪਰ ਮਹਾਰਾਜ ਨੀਤੀ ਦੀ ਗੱਲ ਸਿੱਖਾਂ ਨੂੰ ਦੱਸੀ ਹੈ। ਮਹਾਰਾਜ ਕਹਿੰਦੇ ਸਿੱਖੋ, ਜਦੋਂ ਤੁਰਕਾਂ ਦਾ ਫਿਰ ਜ਼ੋਰ ਪਵੇਗਾ, ਕਰਹਿ ਬਾਦ ਮਤ ਮੰਦ ਢਹਾਵਹਿ, ਤੇ ਉਹ ਮੰਦੀ ਮਤ ਵਾਲੇ ਬਾਦ ਝਗੜਾ ਕਰਕੇ ਨਾ ਫਿਰ ਧਰਮਸ਼ਾਲਾ ਨੂੰ ਢਾ ਦੇਣਗੇ। ਘਰ ਘੇਰੜ ਕੋ ਬਹੁਰ ਬਣਾਵਹਿ, ਤੇ ਘੇਰੜ ਦਾ ਘਰ ਜਿਹੜਾ ਬਹੁਰੋਂ ਫਿਰ ਬਣਾ ਲੈਣਗੇ। ਧਰਮਸ਼ਾਲਾ ਨੂੰ ਉਹਨਾਂ ਢਾ ਦੇਣਾ, ਫਿਰ ਘੇਰੜ ਦਾ ਘਰ ਪਾ ਲੈਣਗੇ। ਹਮਨੇ ਕਰੀ ਬਾਦ ਬੁਨਿਆਦ, ਤੇ ਅਸੀਂ ਉਹਦੀ ਤਾਂ ਜੜ ਹੀ ਪੁੱਟ ਦੇਣੀ ਹੈ। ਮਹਾਰਾਜ ਕਹਿੰਦੇ ਅਸੀਂ ਇਹ ਖਿਆਲ ਕੀਤਾ ਏ, ਹੈ ਨਾ ਵਿਵਾਦ ਤੇ ਜਿਉ ਅਹਲਾਦ। ਜਿਸ ਤਰ੍ਹਾਂ ਵਿਵਾਦ ਝਗੜਾ ਨਾ ਹੋਵੇ ਤੇ ਸਭ ਤਰ੍ਹਾਂ ਨਾਲ ਨਗਰ ਵਿੱਚ ਸੁੱਖ ਬਣਿਆ ਰਵੇ। ਜਾਂ ਤੇ ਇਹਾਂ ਮਸੀਤ ਬਣਾਵੋ, ਇਸ ਕਰਕੇ ਮਹਾਰਾਜ ਕਹਿੰਦੇ ਘੇਰੜ ਦੇ ਘਰ ਦੀ ਥਾਂ ਤੇ ਨਾ ਮਸੀਤ ਬਣਾ ਦਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਨੀਤੀ ਨਾਲ ਗਰੀਬ ਨਵਾਜ ਨੇ ਇਹ ਵਿਚਾਰ ਕਰਕੇ ਕਿਹਾ, ਕਿਉਂਕਿ ਮਸੀਤ ਨਹੀਂ ਨਾ ਤੁਕਾ ਫਿਰ ਢਾਉਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤੁਰਕ ਦੇ ਵਾਹਿਗੁਰੂ ਜਿਹੜਾ ਘੇਰੜ ਵਾ ਖੱਤਰੀ, ਇਹਦੇ ਘਰ ਵਾਲੀ ਥਾਂ ਦੇ ਉੱਤੇ ਮਹਾਰਾਜ ਕਹਿੰਦੇ ਮਸੀਤ ਜਿਹੜੀ ਆ ਸਿੱਖੋ ਉਹ ਬਣਵਾਉਣਾ ਕਰੋ। ਸੁੰਦਰ ਦਰ ਤਿਮ ਹੀ ਰਖਵਾਵੋ, ਤੇ ਸੋਹਣੇ ਦਰ ਜਿਹੜੇ ਦਰਵਾਜ਼ੇ ਆ ਤਿਵੇਂ ਹੀ ਰਖਵਾਉਣਾ ਕਰੋ। ਧਰਹਿ ਪ੍ਰੀਤ ਗਨ ਤੁਰਕ ਮਸੀਤ, ਕਿਉਂਕਿ ਤੁਰਕ ਜਿਹੜੇ ਆ ਸਾਰੇ ਉਹ ਮਸੀਤ ਦੇ ਵਿੱਚ ਬੜਾ ਪ੍ਰੇਮ ਧਰਦੇ ਆ, ਕਿਉਂਕਿ ਧਾਰਮਿਕ ਸਥਾਨ ਜੋ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਆਪਣੇ ਧਾਰਮਿਕ ਸਥਾਨ ਵਿੱਚ ਬੜਾ ਪਿਆਰ ਕਰਦੇ ਆ। ਕਬ ਨਹਿ ਕਰਹਿ ਪੁਨ ਵਿਪਰੀਤ, ਫਿਰ ਇਸ ਮਸੀਤ ਨੂੰ ਤਾਂ ਨਹੀਂ ਨਾ ਢਾਉਣਗੇ, ਕਦੇ ਵੀ ਆ ਕਰਕੇ ਵਿਪਰੀਤ ਨਹੀਂ ਕਰਨਗੇ, ਉਲਟ ਗੱਲ ਨਹੀਂ ਕਰਨਗੇ। ਸੁਨਤ ਮਸੰਦਨ ਤਥਾ ਬਨਾਈ, ਸੁਣ ਕੇ ਮਸੰਦਾਂ ਨੇ ਤਥਾ ਤਿਸ ਤਰ੍ਹਾਂ ਹੀ ਉਹ ਮਸੀਤ ਬਣਵਾਉਣਾ ਕੀਤੀ। ਅਬਲੋ ਵਿਦਤ ਅਹ ਤਿਸ ਥਾਈ, ਕਵੀ ਰਾਜ ਨੇ ਦਰਸ਼ਨ ਕੀਤੇ ਆਪ, ਇਸ ਕਰਕੇ ਕਹਿੰਦੇ ਅਬਲੋ ਵਿਦਤ ਅਹ ਤਿਸ ਥਾਈ। ਉਸ ਥਾਂ ਦੇ ਉੱਤੇ ਅਜੇ ਵੀ ਸਾਧ ਸੰਗਤ ਜੀ ਉਹ ਮਸੀਤ ਮੌਜੂਦ ਹੈ। ਤੇ ਦਾਸ ਨੇ ਵੀ ਆਪਣੀਆਂ ਅੱਖਾਂ ਨਾਲ ਉਸ ਗੁਰਦੁਆਰਾ ਸਾਹਿਬ ਦਾ ਦਰਸ਼ਨ ਕੀਤਾ ਹੈ। ਉਸ ਗੁਰਦੁਆਰਾ ਸਾਹਿਬ ਨੂੰ ਹੀ ਮਸੀਤ ਵਾਲਾ ਗੁਰਦੁਆਰਾ ਸਾਹਿਬ ਕਹਿੰਦੇ ਆ। ਉਹਦੀ ਸਾਰੀ ਬਨਾਵਟ ਮਸੀਤ ਵਾਲੀ ਹੈ। ਅੰਦਰ ਉਹਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਤੋ ਤਰਨਾ ਦਲ ਵਾਲੇ ਮਹਾਂਪੁਰਖ ਸੇਵਾ ਕਰਵਾਉਂਦੇ ਉਸ ਅਸਥਾਨ ਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਉਹ ਪਵਿੱਤਰ ਯਾਦਗਾਰ ਮਸੀਤ ਵਾਲਾ ਗੁਰਦੁਆਰਾ ਸਾਹਿਬ, ਜਿਹਨੂੰ ਮਰਜੀ ਪੁੱਛ ਲਿਓ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅੰਦਰ ਜਾ ਕਰਕੇ ਕਿ ਭਾਈ ਮਸੀਤ ਵਾਲਾ ਗੁਰਦੁਆਰਾ ਸਾਹਿਬ ਦਰਸ਼ਨ ਕਰਨਾ ਹੈ। ਉਹ ਸੰਘਣੀ ਆਬਾਦੀ ਦੇ ਅੰਦਰ ਹੈ ਸਾਧ ਸੰਗਤ ਜੀ। ਹੁਣ ਤੇ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ
ਉੱਥੇ ਮਸਜਿਦ ਗਰੀਬ ਨਵਾਜ ਨੇ ਬਣਾ ਦਿੱਤੀ ਸੀਗੀ। ਸਤਿਗੁਰ ਤਾਹਾਂ ਬਿਰਾਜਤ ਰਹੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਨਗਰ ਦੇ ਅੰਦਰ ਮਹਾਰਾਜ ਬਰਾਜ ਰਹੇ ਆ। ਰੁੱਤ ਬਰਖਾ ਕੇ ਆਨੰਦ ਲਹੇ। ਬਰਖਾ ਦਾ ਸਮਾਂ ਆ ਗਿਆ, ਰੁੱਤ ਬਰਖਾ ਦੀ ਆਈ ਹੈ। ਮਹਾਰਾਜ ਬਰਖਾ ਦੀ ਰੁੱਤ ਦਾ ਇੱਥੇ ਆਨੰਦ ਲੈ ਰਹੇ ਆ। ਬਿਦ ਤੇ ਜਲ ਧਰ ਗਗਨ ਮਝਾਰੀ। ਇਹ ਕਵਿਰਾਜ ਦੀ ਕਵਿਤਾ ਦਾ ਕਮਾਲ ਹੈ ਸਾਧ ਸੰਗਤ ਜੀ। ਹੁਣ ਨਾ ਬਰਖਾ ਦੇ ਪ੍ਰਕਰਨ ਨਾਲ ਸਿੱਖੀ ਦਾ ਉਪਦੇਸ਼ ਕਵਿਰਾਜ ਜੀ ਦੇਣਗੇ। ਬਰਖਾ ਦਾ ਪ੍ਰਕਰਨ ਰੱਖ ਕਰਕੇ ਕਹਿੰਦੇ ਬਰਖਾ ਜਦੋਂ ਹੁੰਦੀ ਹੈ ਕੀ ਹੁੰਦਾ ਹੈ, ਜਲ ਦੇ ਜਲ ਧਾਰ ਬੱਦਲ ਹੈ ਨਾ, ਇਹ ਆਕਾਸ਼ ਵਿੱਚ ਆਉਂਦੇ ਆ। ਫਿਰ ਉਹ ਪੰਕਤੀ ਪੜੋ ਫਿਰ। ਬਿਦ ਤੇ ਜਲ ਧਰ ਗਗਨ ਮਝਾਰੀ। ਗਗਨ ਆਕਾਸ਼ ਦੇ ਮਝਾਰੀ ਵਿੱਚ ਸਾਧ ਸੰਗਤ ਜੀ ਜਲ ਧਰ ਬੱਦਲ ਜਿਹੜੇ ਆ ਉਹ ਚੜ ਚੜ ਕੇ ਆਉਂਦੇ ਆ। ਜਿਉ ਤਨ ਧਰ ਹੈ ਸੰਤ ਉਪਕਾਰੀ। ਕਹਿੰਦੇ ਜਿਸ ਤਰ੍ਹਾਂ ਸੰਤ ਮਹਾਪੁਰਸ਼ ਆਪਣਾ ਉਪਕਾਰ ਵਾਸਤੇ ਪਰ ਉਪਕਾਰ ਵਾਸਤੇ ਸਰੀਰ ਧਾਰਦੇ ਆ ਨਾ, ਇਵੇਂ ਬੱਦਲ ਚੜ ਚੜ ਕੇ ਆ ਰਹੇ ਆ। ਬੱਦਲ ਆਉਂਦੇ ਆ, ਬਰਖਾ ਪਾਉਂਦੇ ਆ ਨਾ, ਸਭ ਤਪਦੀ ਧਰਤੀ ਨੂੰ ਠਾਰ ਦਿੰਦੇ ਆ। ਇਵੇਂ ਹੀ ਸਾਧ ਸੰਗਤ ਜੀ ਮਹਾਂਪੁਰਖਾਂ ਦਾ ਸਤਿਪੁਰਖਾਂ ਦਾ ਆਉਣਾ ਹੁੰਦਾ ਹੈ। ਉਹ ਗੁਰੂ ਜੀ ਦੇ ਉਪਦੇਸ਼ ਦਾ ਮੀਂਹ ਪਾ ਕਰਕੇ ਨਾ ਸਾਰੇ ਤਪਦੇ ਹਿਰਦਿਆਂ ਰੂਪੀ ਧਰਤੀ ਨੂੰ ਠਾਰ ਦਿੰਦੇ ਆ। ਪਰ ਉਪਕਾਰ ਵਾਸਤੇ ਹੀ ਆਉਂਦੇ ਆ। ਜਿਵੇਂ ਮਹਾਰਾਜ ਜੀ ਨੇ ਕਿਹਾ ਕਿ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਇਵੇਂ ਆਕਾਸ਼ ਵਿੱਚ ਬੱਦਲ ਚੜ ਚੜ ਕੇ ਆ ਰਹੇ ਆ। ਜਿਵੇਂ ਮਹਾਂਪੁਰਖ ਭਾਈ ਆਪਣਾ ਸਰੀਰ ਧਾਰ ਕੇ ਆਉਂਦੇ, ਗੁਰੂ ਉਪਦੇਸ਼ ਦੀ ਵਰਖਾ ਕਰਦੇ ਆ। ਕਲਰ ਖੇਤ ਸਕਲ ਥਲ ਬਰਖੈ। ਤੇ ਫਿਰ ਕੀ ਹੁੰਦਾ, ਜਿਹੜਾ ਬੱਦਲ ਵਾ ਉਹ ਤਾਂ ਇੱਕ ਜਿਹਾ ਹੀ ਵਰਖਦਾ ਨਾ। ਜਿਹੜੀ ਕਲਰ ਵਾਲੀ ਖੇਤੀ ਆ ਨਾ, ਉਹਨੂੰ ਵੀ ਸਾਧ ਸੰਗਤ ਜੀ ਸਲਾਬ ਪੈ ਜਾਂਦੀ ਹੈ। ਕਲਰ ਦੀ ਖੇਤੀ ਵਾਂਗੂ ਕੌਣ ਨੇ ਨਾਸਤਕ ਲੋਕ, ਮਨਮੁਖ ਲੋਕ, ਜਿਨ੍ਹਾਂ ਨੂੰ ਕਦੇ ਵਾਹਿਗੁਰੂ ਦਾ ਪਿਆਰ ਨਹੀਂ ਪ੍ਰਾਪਤ ਹੋਇਆ, ਸਤਪੁਰਸ਼ਾਂ ਦੇ ਜੀਵਨ ਵੱਲ ਵੇਖ ਕਰਕੇ ਨਾ ਇਹੋ ਜਿਹੇ ਉਪਦੇਸ਼ ਦੀ ਵਰਖਾ ਕਰਦੇ ਆ ਕਿ ਕਲਰ ਵਾਲੀ ਖੇਤੀ ਵਾਲੇ ਹਿਰਦੇ ਜਿਹੜੇ ਕਦੇ ਸ਼ਾਂਤ ਨਹੀਂ ਸੀ ਹੁੰਦੇ, ਵਕਾਰਾਂ ਦੇ ਫੁਰਨੇ ਹਰ ਵੇਲੇ, ਕਦੇ ਗੁਰੂ ਜੀ ਦੀ ਪ੍ਰੇਮਾ ਭਗਤੀ ਦਾ ਬੀਜ ਨਹੀਂ ਸੀ ਜਿੱਥੇ ਪੈਦਾ ਹੁੰਦਾ, ਇਹੋ ਜਿਹਾ ਕਲਰ ਵਕਾਰਾਂ ਦਾ ਪਿਆ ਹੋਇਆ ਸੀ ਹਿਰਦੇ ਰੂਪੀ ਧਰਤੀ ਦੇ ਉੱਪਰ। ਉੱਥੇ ਵੀ ਮਹਾਂਪੁਰਖ ਗੁਰੂ ਜੀ ਦੇ ਉਪਦੇਸ਼ ਦੀ ਵਰਖਾ ਕਰਕੇ ਨਿਹਾਲ ਕਰ ਦਿੰਦੇ ਆ। ਦੇਖ ਦੇਖ ਕਰ ਜਨ ਗਨ ਹਰਖਾਂ। ਤੇ ਵੇਖ ਵੇਖ ਕਰਕੇ ਜਨ ਗਨ ਬਹੁਤੇ ਲੋਕ ਜਿਹੜੇ ਆ ਖੁਸ਼ ਹੁੰਦੇ ਆ ਜਦੋਂ ਵਰਖਾ ਪੈਂਦੀ ਹੈ। ਇਵੇਂ ਸਾਧ ਸੰਗਤ ਜੀ ਭਗਤੀ ਦੀ ਜਦੋਂ ਅੰਸ਼ ਪ੍ਰਾਪਤ ਹੁੰਦੀ ਹੈ ਨਾ, ਤੇ ਫਿਰ ਹਿਰਦਾ ਜਿਹੜਾ ਖੁਸ਼ ਹੋ ਜਾਂਦਾ, ਖਿੜ ਜਾਂਦਾ ਸਭ ਦਾ। ਜਿਮ ਗੁਰ ਗਿਰਾ ਸੁਨਹਿ ਸਭ ਕੋਈ। ਕਹਿੰਦੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਗਿਰਾ ਬਾਣੀ ਸਭ ਕੋਈ ਸੁਣਦਾ ਹੈ, ਇੱਕੋ ਜਿਹਾ ਅਧਿਕਾਰ ਹੈ ਸਭ ਨੂੰ ਮਹਾਰਾਜ ਦੀ ਬਾਣੀ ਦੇ ਸੁਣਨ ਦਾ। ਇਹ ਨਹੀਂ ਹੈ ਕਿ ਛੂਦਰ ਵੈ ਤੇ ਜੇ ਇਹਨੇ ਬਾਣੀ ਪੜ੍ਹ ਲਈ ਤੇ ਜ਼ਬਾਨ ਵੱਢ ਦਿਓ, ਜੇ ਇਹਨੇ ਬਾਣੀ ਸੁਣ ਲਈ ਤੇ ਕੰਨਾਂ 'ਚ ਸਿੱਕਾ ਘਾਲ ਕੇ ਕੰਨ ਬੰਦ ਕਰ ਦਿਓ, ਜੇ ਵਿਦਿਆ ਪੜ੍ਹ ਲਈ ਤੇ ਅੱਖਾਂ ਹੀ ਕੱਢ ਦਿਓ। ਇਸ ਤਰ੍ਹਾਂ ਨਹੀਂ ਹੈ। ਇਹ ਤਾਂ ਕੋਈ ਗਾਵੈ ਉਹ ਸੁਣੈ, ਹਰ ਨਾਮਾ ਚਿਤ ਲਾਏ, ਕਹਿ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਹੇ। ਗੁਰੂ ਸਾਹਿਬ ਜੀ ਦੀ ਬਾਣੀ ਦਾ ਪੜ੍ਹਨ ਨੂੰ ਜਿਵੇਂ ਸਭ ਨੂੰ ਅਧਿਕਾਰ ਹੈ ਨਾ ਸਾਧ ਸੰਗਤ ਜੀ, ਇਵੇਂ ਵਰਖਾ ਜਿਵੇਂ ਸਭ ਥਾਵਾਂ ਤੇ ਪੈਂਦੀ ਹੈ। ਤੇ ਮੀਂਹ ਇਹ ਥੋੜਾ ਪੁੱਛ ਕੇ ਪੈਂਦਾ ਹੈ ਕਿ ਇਹ ਅਮੀਰ ਦਾ ਘਰ ਹੈ, ਇੱਥੇ ਮੈਂ ਜ਼ਿਆਦਾ ਪਵਾਂ ਤੇ ਗਰੀਬ ਦੇ ਘਰ ਘੱਟ ਪਵਾਂ। ਨਹੀਂ, ਮਹਾਰਾਜ ਦੀ ਬਾਣੀ ਦਾ ਇਵੇਂ ਅਧਿਕਾਰ ਹੈ ਜਿਵੇਂ ਵਰਖਾ ਦਾ ਸਭ ਦਾ ਅਧਿਕਾਰ ਇੱਕੋ ਜਿਹਾ ਨਾ ਵਰਖਾ ਦੇ ਉੱਤੇ, ਇਵੇਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਉੱਪਰ ਸਭ ਦਾ ਹੀ ਅਧਿਕਾਰ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਚੌਂ ਵਰਨਾਂ ਦੀ ਕਲਿਆਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਉਚਾਰੀ ਹੈ। ਪ੍ਰੇਮ ਬੀਜ ਕਹੂੰ ਉਤਪਤ ਹੋਈ। ਫਿਰ ਵਰਖਾ ਪੈਣ ਦੇ ਨਾਲ ਸਾਧ ਸੰਗਤ ਜੀ ਬੀਜ ਜਿਹੜੇ ਧਰਤੀ ਦੇ ਉਤਪਨ ਹੋਣ ਲੱਗ ਪੈਂਦੇ ਆ, ਪ੍ਰਫੁੱਲਤ ਹੋਣ ਲੱਗ ਪੈਂਦੀ, ਧਰਤੀ ਖਿੜਨ ਲੱਗ ਜਾਂਦੀ ਹੈ, ਸਰ ਸਬਜ਼ ਹੋ ਜਾਂਦੀ ਹੈ। ਤੇ ਇੱਥੇ ਜਦੋਂ ਗੁਰੂ ਸਾਹਿਬ ਦੇ ਉਪਦੇਸ਼ ਦੀ ਵਰਖਾ ਪੈਂਦੀ ਹੈ, ਸਭ ਦੇ ਉੱਤੇ ਇੱਕੋ ਜਿਹਾ ਮਹਾਰਾਜ ਉਪਕਾਰ ਕਰਦੇ ਆ। ਫਿਰ ਕੀ ਹੁੰਦਾ, ਪ੍ਰੇਮ ਰੂਪੀ ਬੀਜ ਹਿਰਦੇ ਰੂਪੀ ਧਰਤੀ ਦੇ ਅੰਦਰ ਪ੍ਰਫੁੱਲਤ ਹੋਣ ਲੱਗ ਪੈਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਰੂਪੀ ਵਰਖਾ ਦਾ ਉਪਕਾਰ ਹੈ। ਵੇਖੋ ਕਿਆ ਸੋਹਣਾ ਅਲੰਕਾਰ ਕਵਿਰਾਜ ਵਰਖਾ ਦੀ ਰੁੱਤ ਦਾ ਬਣ ਰਹੇ ਹੈ। ਇਹ ਜਦੋਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਆ ਕੇ ਤੁਸੀਂ ਸਤ ਸੰਗਤ ਕਰਦੇ ਆ, ਇਹ ਵੀ ਸਾਧ ਸੰਗਤ ਜੀ ਮਹਾਰਾਜ ਜੀ ਦੇ ਉਪਦੇਸ਼ ਦੀ ਵਰਖਾ ਵਾਲਾ ਥਾਂ ਹੈ, ਜਿੱਥੇ ਹਿਰਦੇ ਰੂਪੀ ਧਰਤੀ ਦੇ ਉੱਤੇ ਪ੍ਰੇਮ ਦਾ ਬੀਜ ਜਿਹੜਾ ਹੈ ਉਪਜ ਪੈਂਦਾ ਏ। ਮਧੁਰ ਮਧੁਰ ਧੁਨ ਸੁਨ ਸੁਨ ਮੋਰ। ਤੇ ਜਿਵੇਂ ਫਿਰ ਬੱਦਲ ਜਦੋਂ ਹੁੰਦਾ, ਸਾਉਣ ਦਾ ਮਹੀਨਾ ਤੇ ਬੱਦਲਾਂ ਦੀ ਘਨਘੋਰ ਨਾਲ ਜਿਹੜੇ ਮੋਰ ਵਾ ਨਾ, ਉਹ ਬੱਦਲਾਂ ਦੀ ਆਵਾਜ਼ ਨੂੰ ਸੁਣ ਸੁਣ ਕੇ ਸਾਧ ਸੰਗਤ ਜੀ ਬੜੀ ਸੋਹਣੀ ਪੈਲ ਪਾਉਂਦੇ ਆ।
ਬੜੀ ਉੱਚੀ ਉੱਚੀ ਸ਼ੋਰ ਕਰਦੇ, ਬੜਾ ਕਨਕੋਰ ਉਠਾਉਂਦੇ ਆ। ਠੌਰ ਠੌਰ ਬੋਲਤ ਕਰ ਸ਼ੋਰ, ਥਾਵਾਂ ਥਾਵਾਂ ਤੇ ਬੋਲਦੇ ਆ, ਕਰਦੇ ਹੋਏ ਬਹੁਤ ਜ਼ਿਆਦਾ ਸ਼ੋਰ। ਜਥਾ ਕੀਰਤਨ ਸੁਨ ਜਗਿਆਸੀ, ਉਹ ਕਿਸ ਤਰ੍ਹਾਂ ਇੱਧਰ ਜਿਹੜੀ ਵਰਖਾ ਗੁਰੂ ਉਪਦੇਸ਼ ਦੀ ਹੁੰਦੀ ਹੈ, ਇੱਥੇ ਕਿਹੜੇ ਮੋਰ ਬੋਲਦੇ ਆ ਸਾਧ ਸੰਗਤ ਜੀ, ਜਿਸ ਤਰ੍ਹਾਂ ਕਥਾ ਤੇ ਕੀਰਤਨ ਸੁਣ ਕਰਕੇ ਜਿਹੜੇ ਜਗਿਆਸੂ ਹੁੰਦੇ ਆ, ਬਸਹਰ ਦੇ ਪੁਨ ਗਾਏ ਪ੍ਰਕਾਸ਼ੀ, ਤੇ ਉਹਨਾਂ ਦੇ ਹਿਰਦੇ ਅੰਦਰ ਮਹਾਰਾਜ ਦਾ ਜਸ ਵਸਦਾ ਹੈ, ਤੇ ਸਾਧ ਸੰਗਤ ਜੀ ਗਾਉਂਦੇ ਉੱਚੀ ਤੇ ਪ੍ਰਕਾਸ਼ ਹੋ ਜਾਂਦਾ ਹੈ। ਜਿਵੇਂ ਮੋਰ ਜਿਹੜੇ ਆ ਉਹ ਬਹੁਤ ਖੇੜੇ ਦੇ ਸਹਿਤ ਪੈਲ ਪਾਉਂਦੇ ਆ ਨਾ, ਗੁਰਸਿੱਖਾਂ ਦਾ ਹਿਰਦਾ ਹੀ ਸਾਧ ਸੰਗਤ ਜੀ ਖੇੜੇ ਦੇ ਸਹਿਤ ਗੁਰੂ ਸਾਹਿਬ ਜੀ ਦੇ ਉੱਪਰ ਸ਼ਰਧਾ ਰੂਪੀ ਪੈਲ ਪਾਉਂਦਾ ਹੈ। ਫਿਰ ਮਨ ਦੇ ਅੰਦਰ ਇਹੋ ਜੀ ਸ਼ਰਧਾ ਆਉਂਦੀ ਹੈ ਕਿ ਮਹਾਰਾਜ ਦੇ ਉੱਤੇ ਮਨ ਲਟੂਆ ਹੋ ਜਾਂਦਾ ਹੈ, ਖੀਵਾ ਹੋ ਜਾਂਦਾ ਹੈ। ਤੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਕਰਦੇ, ਮਹਾਰਾਜ ਦੇ ਉੱਤੇ ਖੀਵੇ ਹੋਏ ਬਹੁਤ ਉੱਚੀ ਉੱਚੀ ਫਿਰ ਕੀਰਤਨ ਕਰਦੇ ਆ, ਮਹਾਰਾਜ ਦਾ ਨਾਮ ਜਪਦੇ ਆ। ਇਹ ਸਾਧ ਸੰਗਤ ਜੀ ਜਿਵੇਂ ਭਾਈ ਸਾਹਿਬ ਕਹਿੰਦੇ ਨੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਇਵੇਂ ਸਤਿਗੁਰੂ ਰੂਪੀ ਬੱਦਲ ਨੂੰ ਵੇਖ ਕਰਕੇ ਨਾ ਗੁਰਸਿੱਖਾਂ ਰੂਪੀ ਜਿਹੜੇ ਹਿਰਦੇ ਰੂਪੀ ਬਬੀਹੇ ਆ, ਉਹ ਸਾਧ ਸੰਗਤ ਜੀ ਬੋਲਦੇ ਆ। ਕੀਰਤਨ ਉੱਚੀ ਉੱਚੀ ਜੋਟੀਆਂ ਚ ਕਰਨਾ, ਮਹਾਰਾਜ ਜੀ ਦਾ ਸ਼ਬਦ ਜਪਣਾ, ਇਹ ਗੁਰੂ ਜੀ ਦੇ ਉਪਦੇਸ਼ ਰੂਪੀ ਬਰਖਾ ਦੀ ਸਾਧ ਸੰਗਤ ਜੀ ਦਾਤ ਹੈ। ਜਦੋਂ ਮਹਾਰਾਜ ਰੂਪੀ ਬੱਦਲ ਚੜ੍ਹਦੇ ਆ ਤੇ ਜਿਵੇਂ ਮੋਰ ਬੋਲਦੇ ਆ ਨਾ, ਇਵੇਂ ਗੁਰਸਿੱਖਾਂ ਦੇ ਮਨ ਜਿਹੜੇ ਮੋਰ ਬਣੇ ਹੋਏ ਸ਼ਰਧਾ ਰੂਪੀ ਪੈਲ ਪਾਉਂਦੇ ਗੁਰੂ ਜੀ ਦਾ ਨਾਮ ਬੋਲਦੇ ਆ। ਦਾਦਰ ਟੇਰਤ ਹੈ ਚਹੂ ਔਰ, ਫਿਰ ਬਰਖਾ ਦੇ ਪੈਣ ਨਾਲ ਕੀ ਹੁੰਦੇ, ਦਾਦਰ ਡੱਡੂ ਜਿਹੜੇ ਆ ਉਹ ਚਾਰ ਚਫੇਰੇ ਕਿਸ ਤਰ੍ਹਾਂ ਟੇਰਦੇ ਉੱਚੀ ਉੱਚੀ ਬੋਲਦੇ ਆ। ਜਿਮ ਸਿੱਖ ਪੜ ਹੈ ਗਿਰਾ ਗੁਰ ਜੋਰ, ਡੱਡੂ ਬੋਲਦੇ ਕਿਵੇਂ, ਜਿਵੇਂ ਗੁਰਸਿੱਖ ਕਹਿੰਦੇ ਉੱਚੀ ਟੇਰ ਟੇਰ ਕੇ ਬੋਲ ਬੋਲ ਕੇ ਬਾਣੀ ਪੜ੍ਹਦੇ ਆ। ਗੁਰਸਿੱਖ ਜਦੋਂ ਬਾਣੀ ਪੜ੍ਹਦੇ ਆ ਤੇ ਸਾਧ ਸੰਗਤ ਜੀ ਅੰਮ੍ਰਿਤ ਹੀ ਘੁਲਦਾ ਜਾਂਦਾ ਫਿਜ਼ਾ ਦੇ ਅੰਦਰ। ਇਹ ਗੁਰਸਿੱਖਾਂ ਦਾ ਸੁਭਾਅ, ਜੇ ਦੂਜੇ ਨੂੰ ਨਹੀਂ ਕੰਠ ਬਾਣੀ ਆਉਂਦੀ ਤਾਂ ਉਹਨੇ ਕਹਿਣਾ ਭਾਈ ਮੈਂ ਸੁਣਾਉਣਾ ਤੂੰ ਸੁਣ। ਉੱਚੀ ਉੱਚੀ ਬਾਣੀ ਪੜ੍ਹਦੇ ਆ, ਕਹਿੰਦੇ ਜਿਵੇਂ ਡੱਡੂ ਬੋਲਦੇ ਹੁੰਦੇ ਆ ਨਾ ਬਰਖਾ ਦੀ ਰੁੱਤ ਵਿੱਚ, ਇਸ ਤਰ੍ਹਾਂ ਸਾਧ ਸੰਗਤ ਜੀ ਗੁਰਸਿੱਖ ਬਾਣੀ ਪੜ੍ਹਦੇ ਆ ਉੱਚੀ ਉੱਚੀ ਧੁਨ ਲਾ ਕਰਕੇ। ਬਹੁ ਜਲ ਪਾਏ ਮੁੱਦਤ ਭੇ ਮੀਨ, ਫਿਰ ਕੀ ਹੁੰਦਾ, ਜਦੋਂ ਬਰਖਾ ਬਾਹਲੀ ਹੁੰਦੀ ਹੈ ਜਲ ਵੱਧ ਜਾਂਦਾ ਫਿਰ ਬਹੁਤ ਜ਼ਿਆਦਾ ਸਰੋਵਰਾਂ 'ਚ ਤਲਾਬਾਂ 'ਚ, ਤੇ ਜਿਹੜੀਆਂ ਮੀਨ ਮੱਛੀਆਂ ਹੁੰਦੀਆਂ ਜਲ ਦੇ ਵਧਣ ਨਾਲ ਬੜਾ ਸੁੱਖ ਮੰਨਦੀਆਂ, ਬੜੇ ਕ੍ਰੀੜਾ ਕਰਦੀਆਂ ਹਨ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਹਨ ਨਾ ਕਿ ਕਬੀਰ ਥੋੜੇ ਜਲ ਮਾਛੁਰੀ ਝੀਵਰ ਮਿਲਿਓ ਜਾਲ, ਇਹ ਟੋਗਨਾ ਨਾ ਛੂਟ ਸਹਿ ਫਿਰ ਕਰ ਸਮੁੰਦ ਸਮਾਲ। ਇਹ ਅੰਤਰੀਵ ਵੀ ਇਹਦਾ ਅਰਥ ਸਮਝਾਇਆ ਹੈ ਕਿ ਜਿਹੜੀ ਮੱਛੀਆਂ ਨਾ ਥੋੜੇ ਜਲ ਵਿੱਚ ਤੜਫਦੀਆਂ ਹੁੰਦੀਆਂ ਨੇ। ਥੋੜਾ ਜਲ ਕੀ ਹੈ ਸਾਧ ਸੰਗਤ ਜੀ, ਗੁਰੂ ਜੀ ਦਾ ਪਿਆਰ ਨਾ ਪ੍ਰਾਪਤ ਹੋਣਾ, ਤੇ ਫਿਰ ਜਗਿਆਸੂਆਂ ਦੇ ਮਨ ਤੜਫਦੇ ਆ ਜਦੋਂ ਟਿਕਦਾ ਨਹੀਂ ਮਨ, ਇਕਾਗਰਤਾ ਨਹੀਂ ਪਾਉਂਦਾ। ਤੇ ਜਿਵੇਂ ਬਰਖਾ ਦੇ ਪੈਣ ਨਾਲ ਜਲ ਵੱਧ ਜਾਂਦਾ ਹੈ ਤੇ ਮੱਛੀਆਂ ਬਹੁਤ ਆਨੰਦਿਤ ਹੁੰਦੀਆਂ ਨਾ, ਜਦੋਂ ਗੁਰੂ ਜੀ ਦੀ ਬਾਣੀ ਦੀ ਵਰਖਾ ਹੁੰਦੀ ਹੈ ਨਾ, ਸੰਗਤ ਵਿੱਚ ਮਹਾਰਾਜ ਦੇ ਉਪਦੇਸ਼ ਦੀ ਵਰਖਾ ਹੁੰਦੀ ਹੈ, ਤੇ ਫਿਰ ਇਹ ਪਿਆਰ ਦਾ ਜਲ ਅੰਦਰ ਵੱਧ ਜਾਂਦਾ ਹੈ ਤੇ ਉਹਨਾਂ ਦਾ ਮਨ ਮੱਛ ਜਿਹੜਾ ਬਣਿਆ ਹੋਇਆ ਬਹੁਤ ਆਨੰਦ ਮਾਣਦਾ। ਫਿਰ ਅੰਦਰ ਜਦੋਂ ਪ੍ਰੇਮ ਦੇ ਜਲ ਦੀ ਬਬਲਤਾ ਹੁੰਦੀ ਹੈ, ਇਵੇਂ ਉਹਨਾਂ ਦਾ ਮਨ ਨਿਹਾਲ ਹੋ ਜਾਂਦਾ ਹੈ ਮੱਛੀ ਦੀ ਤਰ੍ਹਾਂ। ਜਥਾ ਸਿੱਖ ਗੁਰ ਪ੍ਰੇਮ ਪ੍ਰਵੀਨ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਸਿੱਖ ਹੁੰਦੇ ਆ ਨਾ ਪਿਆਰ ਦੇ ਵਿੱਚ ਬੜੇ ਪ੍ਰਵੀਨ, ਸਿਆਣੇ ਸਿੱਖ ਪਿਆਰ ਦੀ ਜਿਹੜੀ ਹੈ ਸਾਧ ਸੰਗਤ ਜੀ ਦਾਤ ਲੈ ਕਰਕੇ ਮਹਾਰਾਜ ਦੇ ਪਿਆਰ ਦੇ ਵਿੱਚ ਹੀ ਖੀਵੇ ਹੋਏ ਰਹਿੰਦੇ ਆ। ਜਰਿਓ ਜਵਾਸਾ ਜਰਿਓ ਨਾ ਜਲ ਕੋ, ਪਰ ਇੱਕ ਗੱਲ ਹੈ ਸਾਧ ਸੰਗਤ ਜੀ, ਇੱਕ ਜਵਾਸਾ ਹੁੰਦਾ ਹੈ, ਇਹ ਘਾਹ ਵਰਗਾ ਹੀ ਹੁੰਦਾ ਹੈ। ਸਾਰੀ ਬਨਸਪਤੀ ਮੀਂਹ ਦੇ ਪੈਣ ਨਾਲ ਹਰੀ ਹੋ ਜਾਂਦੀ ਹੈ, ਸੁੱਕੀ ਵੀ, ਪਰ ਜਵਾਸਾ ਹਰਿਆ ਵੀ ਸੁੱਕ ਜਾਂਦਾ ਮੀਂਹ ਪੈਣ ਨਾਲ। ਇਹਨੂੰ ਜਲ ਪਾ ਦਿਓ ਨਾ ਤੇ ਸੁੱਕ ਜਾਂਦਾ ਹੈ, ਤੇ ਮੀਂਹ ਦੇ ਪੈਣ ਨਾਲ ਜਿਵੇਂ ਜਵਾਸਾ ਸੁੱਕ ਜਾਂਦਾ ਹੈ ਕਵੀਰਾਜ, ਇਹ ਗੁਰੂ ਰੂਪੀ ਬੱਦਲ ਨਾਲ ਵੀ ਕੋਈ ਸੁੱਕਦਾ ਦੱਸਦੇ ਹਨ। ਸੁਨ ਨਿੰਦਕ ਜਸ ਗੁਰੂ ਬਿਮਲ ਕੋ, ਕਹਿੰਦੇ ਗੁਰੂ ਜੀ ਦਾ ਜਸ ਬਿਮਲ ਬੜਾ ਉਜਲ ਹੈ। ਗੁਰਬਾਣੀ ਤਾਂ ਪਵਿੱਤਰ ਹੈ, ਮਹਾਰਾਜ ਦਾ ਉਪਦੇਸ਼ ਪਵਿੱਤਰ ਹੈ, ਪਰ ਜਿਹੜੇ ਨਿੰਦਕ ਰੂਪੀ ਜਵਾਸੇ ਆ ਨਾ, ਸਤਿਗੁਰੂ ਜੀ ਦਾ ਜਸ ਰੂਪੀ ਜਲ ਮਿਲਦੇ ਸੜ ਜਾਂਦੇ। ਇਹਨਾਂ ਦਾ ਮਨ ਬੜਾ ਦੁਖੀ ਹੁੰਦਾ ਹੈ ਕਿ ਕਿਉਂ ਇਹਨਾਂ ਗੁਰੂ ਜੀ ਦਾ ਜਸ ਹੋ ਰਿਹਾ। ਐਸੇ ਲੋਕ ਹਨ ਸਾਧ ਸੰਗਤ ਜੀ ਜਵਾਸੇ ਵਰਗੇ, ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਉਪਮਾ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਕਿੰਤੂ ਤੇ ਪਰੰਤੂ ਚੰਗਾ ਲੱਗਦਾ, ਸ਼ੰਕੇ ਚੰਗੇ ਲੱਗਦੇ।
ਤੇ ਮਹਾਰਾਜ ਦੇ ਸਰੂਪ ਤੇ ਹੀ ਸ਼ੰਕੇ ਕਰੀ ਜਾਣਗੇ। ਸਤਿਗੁਰੂ ਜੀ ਜੇ ਕਲਗੀ ਲਾਉਂਦੇ ਸੀ ਦਿਖਾਓ ਕੀ ਸਬੂਤ ਹੈ, ਕਲਗੀ ਕਿੱਥੇ ਹੈ ਮਹਾਰਾਜ ਦੀ, ਦੱਸੋ। ਇਹੋ ਜਿਹੇ ਸਬੂਤ ਮੰਗੀ ਜਾਂਦੇ ਨਾਸਤਕ ਲੋਕ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਬੜਾ ਪਵਿੱਤਰ ਹੈ, ਗੁਰਬਾਣੀ ਬਹੁਤ ਪਵਿੱਤਰ ਹੈ, ਉਜਲ ਹੈ। ਪਰ ਜਿਹੜੇ ਨਿੰਦਕ ਲੋਕ ਵੈ ਨਾ, ਉਹ ਸੁਣ ਸੁਣ ਕੇ ਜਵਾਸੇ ਦੀ ਤਰ੍ਹਾਂ ਸੜੀ ਜਾਂਦੇ ਐ। ਤੋ ਪਾਣੀ ਸਭ ਨੂੰ ਹਰਿਆ ਕਰ ਰਿਹਾ, ਵੇਖੋ ਬਾਣੀ ਸਭ ਨੂੰ ਸੁੱਖ ਦੇ ਰਹੀ ਹੈ, ਨਿੰਦਕ ਵੇਖੋ ਉਹਨੂੰ ਦੁੱਖ ਮਿਲ ਰਿਹਾ। ਮਹਾਰਾਜ ਦੀ ਬਾਣੀ ਵੀ ਸੁਣ ਕੇ ਹਰਿਆਵਲਤਾ ਨਹੀਂ ਉਹਨੂੰ ਪ੍ਰਾਪਤ ਹੁੰਦੀ। ਜਲਦੇ ਹਨ ਨਿੰਦਕ, ਸੁਣ ਸੁਣ ਕੇ ਸੜਦੇ ਆ। ਮਹਾਰਾਜ ਦਾ ਪ੍ਰਤਾਪ ਵੇਖ ਕੇ ਹਰਿਆਵਲ ਸਗਰੇ ਜਗ ਹੋਈ। ਸਾਰੇ ਜਗਤ ਦੇ ਅੰਦਰ ਹੀ ਹਰਿਆਵਲਤਾ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਨੇ ਸਭ ਜਗਤ ਦੇ ਭਲੇ ਲਈ ਸਤਨਾਮ ਦਾ ਚੱਕਰ ਫਿਰਾਇਆ। ਪਰ ਵੇਖੋ ਨਿੰਦਕ ਲੋਕ ਮਹਾਰਾਜ ਦਾ ਜਸ ਸੁਣ ਸੁਣ ਕੇ ਸੜਦੇ ਆ। ਗੁਰ ਸਿੱਖੀ ਜਿਮ ਸਭ ਥਲ ਜੋਈ। ਤੇ ਇਸ ਤਰ੍ਹਾਂ ਹਰਿਆਵਲਤਾ ਹੋਈ ਮੀਂਹ ਪੈਣ ਨਾਲ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਭ ਥਾਵਾਂ ਤੇ ਸਿੱਖੀ ਪੈਦਾ ਕਰ ਦਿੱਤੀ। ਮਹਾਰਾਜ ਦੀ ਬਾਬਤ ਕਿਹਾ ਹੈ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਮਹਾਰਾਜ ਨੇ ਸਾਰੀ ਪ੍ਰਿਥਵੀ ਦੇ ਉੱਤੇ ਸਿੱਖੀ ਦਾ ਛਟਾ ਦਿੱਤਾ ਹੈ। ਜਿਵੇਂ ਬੱਦਲ ਸਭ ਥਾਵਾਂ ਤੇ ਵਰਦਾ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੱਦਲ ਰੂਪ ਹੋ ਕੇ ਸਤਿਗੁਰੂ ਨੇ ਬਾਣੀ ਦੀ ਉਪਦੇਸ਼ ਰੂਪ ਵਰਖਾ ਕਰਕੇ ਸਭ ਜਗਤ ਨੂੰ ਹਰਿਆ ਕਰ ਦਿੱਤਾ ਏ। ਸਰਤਾ ਕੋ ਪ੍ਰਵਾਹ ਬਹੁ ਵਾਢਾ। ਫਿਰ ਸਾਧ ਸੰਗਤ ਜੀ ਕੀ ਹੁੰਦਾ, ਮੀਂਹ ਪੈਣ ਨਾਲ ਦਰਿਆਵਾਂ ਦਾ ਵੀ ਜਿਹੜਾ ਪ੍ਰਵਾਹ ਹੈ ਨਾ, ਉਹ ਬਹੁਤ ਵੱਧ ਜਾਂਦਾ ਹੈ। ਤੇ ਇੱਧਰ ਕਿਹੜਾ ਪ੍ਰਵਾਹ ਵੱਧਦਾ, ਫਿਰ ਦੱਸਦੇ ਹਨ ਕਵੀਰਾਜ। ਜੁਗ ਕੰਠਨ ਤੇ ਜਲ ਬਹੁ ਕਾਢਾ। ਜੋਆਂ ਕੰਢਿਆਂ ਤੋਂ ਜਲ ਬਾਹਰ ਨੂੰ ਕੱਢਣ ਲੱਗ ਪੈਂਦਾ, ਵਗਦਾ ਦਰਿਆ। ਫਿਰ ਜਦੋਂ ਮੀਂਹ ਬਹੁਤਾ ਪਵੇ ਨਾ, ਦਰਿਆਵਾਂ 'ਚ ਹੜ੍ਹ ਆ ਜਾਂਦਾ। ਅੱਜ ਕੱਲ ਵੀ ਕਈਆਂ ਥਾਵਾਂ ਤੇ ਦਰ ਚੱਕ ਦਿੰਦੇ ਆ। ਫਿਰ ਪਿੰਡਾਂ ਨੂੰ ਕਹਿੰਦੇ ਮੂਵ ਹੋ ਜਾਓ ਇੱਥੋਂ, ਆਪਣਾ ਘਰ-ਬਾਰ ਇੱਥੋਂ ਚੁੱਕ ਲਓ ਸਮਾਨ, ਤੇ ਖਤਰੇ ਦੀ ਉਹ ਜਿਹੜੀ ਹੈ ਉਹ ਅਲਰਟ ਕਰ ਦਿੰਦੇ ਆ। ਇਸ ਤਰ੍ਹਾਂ ਕਵੀਰਾਜ ਕਹਿੰਦੇ ਭਾਈ ਮੀਂਹ ਪੈਣ ਨਾਲ ਦਰਿਆ ਦੀ ਤੁਗਿਆਨੀ ਬਹੁਤ ਤੇਜ਼ ਹੋ ਜਾਂਦੀ ਹੈ। ਦੋਹਾਂ ਕੰਢਿਆਂ ਤੋਂ ਜਲ ਉਛਲਣ ਲੱਗ ਪੈਂਦਾ ਏ। ਜਿਮ ਭਗਤਨ ਕੈ ਪ੍ਰੇਮ ਪ੍ਰਵਾਹੂ। ਹੁਣ ਦੱਸਦੇ ਆ ਕਿ ਇੱਧਰ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਰਖਾ ਨਾਲ ਕਿਹੜਾ ਦਰਿਆ ਚੜ੍ਹਦਾ ਹੈ, ਪ੍ਰੇਮ ਦਾ ਦਰਿਆ ਚੜ੍ਹ ਆਉਂਦਾ ਸਾਧ ਸੰਗਤ ਜੀ ਅੰਦਰ। ਫਿਰ ਪੜੋ ਪੰਕਤੀ। ਜਿਮ ਭਗਤਨ ਕੈ ਪ੍ਰੇਮ ਪ੍ਰਵਾਹੂ। ਉਸ ਤਰ੍ਹਾਂ ਜਲ ਚੜ੍ਹਦਾ ਜਿਵੇਂ ਭਗਤਾਂ ਦੇ ਅੰਦਰ ਕਹਿੰਦੇ ਪ੍ਰੇਮ ਦਾ ਹੀ ਪ੍ਰਵਾਹ, ਪ੍ਰੇਮ ਦਾ ਹੀ ਦਰਿਆ ਵਗ ਪੈਂਦਾ ਏ। ਰਸ ਕੋ ਲੈਬੇ ਵਧ ਹੈ ਉਮਾਹੂ। ਰਸ ਲੈਂਦੇ ਹੋਏ ਉਹਨਾਂ ਦੇ ਅੰਦਰ ਉਮਾਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਬਹੁਤ ਪਿਆਰ ਦਾ ਵੇਗ ਚੜ ਜਾਂਦਾ ਏ। ਪਾਵਸ ਪਾਏ ਬੀਜ ਬਹੁ ਉਪਜੈ। ਤੇ ਸਾਧ ਸੰਗਤ ਜੀ ਪਾਵਸ ਵਰਖਾ ਪਾ ਕੇ ਜਿਵੇਂ ਬਹੁਤ ਸਾਰੇ ਬੀਜ ਉਪਜਦੇ ਆ, ਬਹੁਤ ਫੁੱਲ ਖਿੜ ਜਾਂਦੇ ਆ। ਜਿਮ ਸਖੀ ਤੇ ਗੁਣ ਗਨ ਨਿਪਜੈ। ਇਸ ਤਰ੍ਹਾਂ ਜਿਵੇਂ ਸਿੱਖੀ ਦੇ ਪ੍ਰਾਪਤ ਹੋਣ ਨਾਲ ਬਹੁਤ ਗੁਣ ਅੰਦਰ ਪੈਦਾ ਹੋ ਜਾਂਦੇ ਆ। ਇਸ ਤਰ੍ਹਾਂ ਜਿਵੇਂ ਵਰਖਾ ਪੈਣ ਨਾਲ ਫੁੱਲ ਖਿੜ ਜਾਂਦੇ ਆ, ਗੁਰੂ ਜੀ ਦੀ ਸਿੱਖੀ ਧਾਰਨ ਕਰਨ ਨਾਲ ਗੁਣ ਅੰਦਰ ਆ ਜਾਂਦੇ ਆ, ਗੁਣਾ ਰੂਪੀ ਫੁੱਲ ਖਿੜ ਜਾਂਦੇ ਆ ਹਿਰਦੇ ਰੂਪੀ ਧਰਤੀ ਤੇ। ਸਤਿਗੁਰ ਸਲਤਾ ਕੇ ਤਟ ਜਾਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਲਤਾ ਦਰਿਆ ਦੇ ਤਟ ਕੰਢੇ ਤੇ ਜਾਂਦੇ ਆ। ਵੇਖੋ ਕਿਆ ਸੋਹਣਾ ਵਰਖਾ ਦਾ ਪ੍ਰਕਰਨ ਲੈ ਕੇ ਕਿੱਡਾ ਸਿੱਖੀ ਦਾ ਉਪਦੇਸ਼ ਦਿੱਤਾ ਹੈ ਕਵੀਰਾਜ ਜੀ ਨੇ ਕਿ ਭਾਈ ਪੈਂਦੀ ਹੋਈ ਵਰਖਾ ਤੋਂ ਹੀ ਸਿੱਖ ਲਓ ਕਿ ਵੇਖੋ ਕੀ ਕੁਝ ਇੱਥੇ ਧਰਤੀ ਤੇ ਵਰਤਦਾ। ਐਵੇਂ ਸਿੱਖਾਂ ਦੇ ਅੰਦਰ ਹੀ ਇਹ ਸਭ ਕੁਝ ਅੰਤਰੀ ਵੀ ਖੇਡ ਵਰਤ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦਰਿਆ ਦੇ ਕੰਢੇ ਤੇ ਜਾਂਦੇ ਆ, ਗਰੀਬ ਨਵਾਜ। ਬੈਠ ਬਿਲੋਕਹਿ ਜਲ ਸਮੁਦਾਏ। ਹਜੂਰ ਵਾਸਤੇ ਬੈਠਣ ਨੂੰ ਪਲੰਘਾਂ ਢਾ ਦਿੰਦੇ ਆ ਸਿੱਖ। ਸਤਿਗੁਰੂ ਜੀ ਕਈ ਚਿਰ ਬੈਠੇ ਆਪਣੀ ਮੌਜ ਵਿੱਚ ਦਰਿਆ ਦਾ ਵਗਦਾ ਹੋਇਆ ਜਲ, ਉਹਦਾ ਪ੍ਰਵਾਹ ਜਿਹੜਾ ਹੈ ਤੁਗਿਆਨੀ ਦੇ ਸਹਿਤ ਚੱਲਦਾ ਹੋਇਆ ਜਲ ਮਹਾਰਾਜ ਵੇਖਦੇ ਰਹਿੰਦੇ ਆ। ਵੱਡੇ ਵੇਗ ਤੇ ਵਗਹਿ ਪ੍ਰਵਾਹੂ। ਬਹੁਤ ਵੇਗ ਨਾਲ, ਬੜੀ ਤੁਗਿਆਨੀ ਨਾਲ ਬਿਆਸ ਦਰਿਆ ਦਾ ਪ੍ਰਵਾਹ ਜਲ ਜਿਹੜਾ ਵਗਦਾ ਏ। ਕਾਸ਼ਟ ਬਹੇ ਜਾਏ ਗਨ ਮਾਹੂ। ਬਹੁਤ ਜ਼ਿਆਦੀਆਂ ਲੱਕੜਾਂ ਵਿੱਚ ਵਹੀਆਂ ਜਾਂਦੀਆਂ ਸਾਧ ਸੰਗਤ ਜੀ। ਬਹੁਤ ਜ਼ਿਆਦੇ ਰੁੱਖ ਬ੍ਰਿਕਸ਼ ਜਿਹੜੇ ਆ ਵਿੱਚ ਰੁੜੇ ਜਾਂਦੇ ਆ। ਨੀਰ ਨਵੀਨ ਮਲੀਨ ਸੋ ਪੀਨ। ਬਹੁਤ ਜ਼ਿਆਦਾ ਨਵੀਨ ਨਵਾਂ ਹੀ ਜਲ ਹੈ, ਮਲੀਨ ਜਲ ਨੂੰ ਰੁੜਦਾ ਹੋਇਆ ਸਾਫ਼ ਕਰੀ ਜਾਂਦਾ ਹੈ ਦਰਿਆ। ਪਿੱਛੋਂ ਸਵੱਛ ਜਲ ਆਉਂਦਾ, ਪਹਿਲਾ ਮਲੀਨ ਜਲ ਉਹਨੂੰ ਵੀ ਸਾਫ਼ ਕਰ ਦਿੰਦਾ ਏ। ਤਰ ਜੁਤ ਤਟ ਕੋ ਢਾਹਨ ਕੀਨ। ਤਰ ਜੁਤ, ਤਰ ਭਾਵ ਰੁੱਖ ਦੇ ਜੁਤ ਸਹਿਤ ਕੰਢਿਆਂ ਨੂੰ ਦਰਿਆ ਢਾਹੀ ਜਾਂਦਾ ਹੈ। ਜਦੋਂ ਵੱਧ ਜਾਂਦਾ ਹੈ ਨਾ ਜਲ ਦਰਿਆ ਦੇ ਅੰਦਰ, ਉਹਦੀਆਂ ਛੱਲਾਂ ਫਿਰ ਕੰਢਿਆਂ ਨੂੰ ਢਾਉਂਦੀਆਂ ਨੇ।
ਕੰਡਿਆਂ ਦੇ ਸਮੇਤ ਹੀ ਰੁੱਖ ਵਿੱਚ ਡਿੱਗਦੇ ਜਾਂਦੇ ਆ। ਸਹਿਤ ਅਨੇਕ ਬੇਕਾਰ ਅਸ਼ੇਖੂ। ਸਾਧ ਸੰਗਤ ਜੀ ਇੱਥੇ ਹੁਣ ਕਵੀਰਾਜ ਦੱਸਦੇ ਆ ਕਿ ਜਿਹੜਾ ਮਹਾਰਾਜ ਦੇ ਪ੍ਰੇਮ ਦਾ ਦਰਿਆ ਅੰਦਰ ਚੱਲ ਪੈਂਦਾ ਨਾ, ਤੇ ਉਹ ਫਿਰ ਸਾਧ ਸੰਗਤ ਜੀ ਜਿਵੇਂ ਵਗਦਾ ਦਰਿਆ ਕੰਡਿਆਂ ਦੇ ਸਮੇਤ ਹੀ ਰੁੱਖਾਂ ਨੂੰ ਸਿੱਟੀ ਜਾਂਦਾ ਹੈ ਨਾ, ਇਵੇਂ ਸਾਡੇ ਅੰਦਰ ਨਾ ਵਿਕਾਰਾਂ ਰੂਪੀ ਰੁੱਖ ਬੜੇ ਉੱਗੇ ਪਏ ਆ। ਤੇ ਮਹਾਰਾਜ ਜੀ ਦੇ ਪ੍ਰੇਮ ਦਾ ਦਰਿਆ ਚੱਲਦਾ ਜਦੋਂ ਅੰਦਰ, ਵਿਕਾਰਾਂ ਰੂਪੀ ਰੁੱਖ ਉਖੜ ਉਖੜ ਕੇ ਫਿਰ ਵਿੱਚ ਡਿੱਗਦੇ ਰੁੜ ਜਾਂਦੇ ਆ ਵਿਕਾਰ ਨਾਲ ਹੀ ਪ੍ਰੇਮ ਦੇ ਵੇਗ ਦੇ ਅੰਦਰ। ਅਤਹ ਗਿਆਨ ਜਿਮ ਰਾਗ ਰੁਧ ਵੈਖੂ। ਤੇ ਸਾਧ ਸੰਗਤ ਜੀ ਜਿਵੇਂ ਫਿਰ ਦੋ ਕੰਡੇ ਦੱਸੇ ਸੀ ਨਾ ਪਿੱਛੇ, ਇੱਥੇ ਦੋ ਕੰਡੇ ਕਿਹੜੇ ਆ? ਰਾਗ ਤੇ ਦੁਆਇਖ। ਅਕਾਰਣੀ ਕਿਸੇ ਨਾਲ ਮੋਹ ਕਰੀ ਜਾਣਾ, ਸ਼ਰੀਰਾਂ ਦਾ ਮੋਹ ਹੀ ਨਹੀਂ ਚਿੰਬੜਿਆ ਛੁੱਟਦਾ। ਤੇ ਫਿਰ ਅਕਾਰਣੀ ਕਿਸੇ ਨਾਲ ਈਰਖਾ ਕਰੀ ਜਾਣੀ ਬਿਨਾਂ ਕਾਰਨ ਤੋਂ ਕਿ ਮੇਰੇ ਬਰਾਬਰ ਕਿਉਂ ਆ ਗਿਆ। ਇਹ ਦੋ ਕੰਡੇ ਆ ਸਾਧ ਸੰਗਤ ਜੀ, ਜਿਨ੍ਹਾਂ ਦੇ ਅੰਦਰ ਮਹਾਰਾਜ ਜੀ ਦੇ ਪ੍ਰੇਮ ਦਾ ਪ੍ਰਵਾਹ ਵਗ ਪੈਂਦਾ ਹੈ ਨਾ, ਰਾਗ ਤੇ ਦੁਆਇਖ ਰੂਪੀ ਦੋਵੇਂ ਕੰਡੇ ਵੀ ਗਿਰ ਕੇ ਵਿੱਚੇ ਹੀ ਰੁੜ ਜਾਂਦੇ, ਤੇ ਵਿਕਾਰਾਂ ਰੂਪੀ ਰੁੱਖ ਵੀ ਸਾਧ ਸੰਗਤ ਜੀ ਵਿੱਚੇ ਹੀ ਰੁੜ ਜਾਂਦੇ ਆ। ਮਹਾਰਾਜ ਦੇ ਪਿਆਰ ਦੇ ਵੇਗ ਦੇ ਅੱਗੇ ਨਾ ਵਿਕਾਰ ਰਹਿੰਦੇ ਆ, ਨਾ ਰਾਗ ਤੇ ਦੁਆਇਖ ਰਹਿੰਦਾ ਹੈ। ਉਹਨਾਂ ਦੇ ਵਾਸਤੇ ਤਾਂ ਸਭ ਪਰਮੇਸ਼ਰ ਦਾ ਰੂਪ ਬਣ ਜਾਂਦਾ ਹੈ। ਇਹੋ ਜਿਹੇ ਸੱਚੇ ਪਾਤਸ਼ਾਹ ਦੇ ਪਿਆਰ ਦੇ ਪ੍ਰੇਮੀ ਹੋ ਜਾਂਦੇ ਆ, ਇਹੋ ਜਿਹੇ ਭੌਰੇ ਬਣ ਜਾਂਦੇ ਮਹਾਰਾਜ ਦੇ ਚਰਨਾਂ ਦੇ। ਕਬ ਕਬ ਲੱਗਾ ਹੈ ਤਾਹਾਂ ਦੀਵਾਨ। ਕਦੇ ਕਦੇ ਹਜੂਰ ਬਿਆਸ ਦਰਿਆ ਦੇ ਕੰਢੇ ਤੇ ਐਨ ਆ ਕੇ ਮਹਾਰਾਜ ਦੀਵਾਨ ਲਾਉਂਦੇ ਆ। ਰਹਿਣ ਬਾਬੀ ਸ਼ਬਦ ਸੁਗਾਨ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹਜੂਰ ਰਾਗੀ ਸਿੱਖ ਸ਼ਬਦਾਂ ਦਾ ਗਾਇਨ ਕਰਦੇ ਆ। ਸਾਧ ਸੰਗਤ ਜੀ ਕਿਹੋ ਜਿਹਾ ਕੁਦਰਤੀ ਨਜ਼ਾਰਾ, ਉਹ ਨੀਲਾ ਆਸਮਾਨ, ਚਾਰ ਸਫੇਰੇ ਜੰਗਲਾਂ ਵਿੱਚ ਜੰਗਲ ਵੈ ਸੰਘਣੇ, ਦਰਿਆ ਦਾ ਜਲ ਸ਼ੋਰ ਥੋੜਾ ਥੋੜਾ ਕਰਦਾ ਲਾਗੇ, ਪੰਛੀ ਬੋਲਦੇ ਐ, ਜਾਨਵਰ ਬੋਲਦੇ ਐ, ਹਜੂਰ ਦਾ ਤਖਤ ਲੱਗਾ ਏ, ਸੋਦਰ ਦੀ ਚੌਂਕੀ ਲੱਗਦੀ ਹੋਵੇਗੀ, ਸੱਚੇ ਪਾਤਸ਼ਾਹ ਉੱਥੇ ਬੈਠੇ ਆਸਾ ਦੀ ਵਾਰ ਸੁਣਦੇ ਹੋਣਗੇ। ਇਹੋ ਜਿਹਾ ਕੁਦਰਤੀ ਨਜ਼ਾਰਾ, ਹਜੂਰ ਦਾ ਦਰਸ਼ਨ, ਗੁਰੂ ਨਾਨਕ ਸਾਹਿਬ ਦੀ ਬਾਣੀ ਦੀਆਂ ਧੁਨਾਂ, ਧੰਨ ਹੈ ਉਹ ਪ੍ਰਾਣੀ ਜਿਨ੍ਹਾਂ ਨੇ ਇਹੋ ਜਿਹਾ ਮਹਾਰਾਜ ਜੀ ਦਾ ਦਰਸ਼ਨ ਕੀਤਾ ਹੈ। ਸੱਚੇ ਪਾਤਸ਼ਾਹ ਜੀ ਉੱਥੇ ਦੀਵਾਨ ਲਾਉਂਦੇ ਐ। ਇੱਥੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਖਰੀਦਣਗੇ ਗਰੀਬ ਨਵਾਜ, ਜਿਵੇਂ ਮਹਾਰਾਜ ਸਾਹਿਬ ਜੀ ਦੇ ਕੋਲ ਵਪਾਰੀ ਘੋੜੇ ਲਿਆਉਣਗੇ। ਇਹ ਸਾਧ ਸੰਗਤ ਜੀ ਪ੍ਰਸੰਗ ਕੱਲ ਨੂੰ ਅੱਗੇ ਆਵੇਗਾ, ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਆਪ ਦੀ ਸਿੱਖੀ ਬਖਸ਼ਿਸ਼ ਕਰਨ, ਸਾਡੇ ਅੰਦਰ ਵੀ ਬਰਖਾ ਦਾ ਪ੍ਰਵਾਹ ਇਹੋ ਜਿਹਾ ਚੱਲੇ, ਮਹਾਰਾਜ ਦੀ ਬਾਣੀ ਦਾ ਪਿਆਰ ਦਾ ਵੇਗ ਇਹੋ ਜਿਹਾ ਪ੍ਰਗਟ ਹੋਵੇ ਕਿ ਰਾਗ ਦੁਆਇਖ ਸਭ ਕੰਡੇ ਡਿੱਗ ਜਾਣ, ਵਿਕਾਰਾਂ ਰੂਪੀ ਰੁੱਖ ਵੀ ਵਿੱਚੇ ਹੀ ਰੋੜ ਕੇ ਉਹ ਪ੍ਰੇਮ ਦਾ ਵੇਗ ਲੈ ਜਾਵੇ। ਮਹਾਰਾਜ ਸਾਨੂੰ ਇਹੋ ਜਿਹਾ ਪਿਆਰ ਆਪਣੇ ਚਰਨਾਂ ਦਾ ਬਖਸ਼ਿਸ਼ ਕਰੋ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਹਿਤ ਅਨੇਕ ਬੇਕਾਰ ਅਸ਼ੇਖੂ। ਹਤ ਹੈ ਗਿਆਨ ਜਿਮ ਰਾਗ ਰੁਧ ਵੈਖੂ। ਕਬ ਕਬ ਲੱਗ ਹੈ ਤਾਹਾਂ ਦੀਵਾਨ। ਕਰਹਿ ਰਬਾਬੀ ਸ਼ਬਦ ਸੁਗਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।